ਹੁਣ ਮੋਦੀ ਸਾਹਿਬ ਤਾਂ ਹੱਥ ਧੋ ਕੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਪਿੱਛੇ ਪੈ ਗਏ ਨੇ। ਮੋਦੀ ਸਰਕਾਰ ਨੂੰ ਇਹ ਲੱਗਦਾ ਹੈ ਕਿ 2024 ਦੇ ਵਿੱਚ ਕਿਤੇ ਅਰਵਿੰਦ ਕੇਜਰੀਵਾਲ ਕੋਈ ਬਹੁਤ ਵੱਡਾ ਚੈਲੰਜ ਨਾ ਬਣ ਜਾਵੇ। ਜਿਸ ਵੇਲੇ ਛਾਪੇਮਾਰੀ ਹੋ ਰਹੀ ਸੀ ਉਸ ਵੇਲੇ ਮਨੀਸ਼ ਸਿਸੋਦੀਆ ਟਵੀਟ ਕਰਦੇ ਨੇ ਤੇ ਕਹਿ ਰਹੇ ਨੇ ਕਿ 2024 ਦੀ ਜਿਹੜੀ ਚੋਣ ਹੈਗੀ ਆ ਉਹ ਕੇਜਰੀਵਾਲ ਬਨਾਮ ਮੋਦੀ ਹੋਏਗੀ। ਪਹਿਲਾਂ ਤਾਂ ਉਹ ਇਹ ਪ੍ਰਚਾਰ ਕਰਦੇ ਨੇ ਕਿ ਦੇਖੋ ਜੀ ਸ਼ਰਾਬ ਦਾ ਮਾਫੀਆ ਚੱਲ ਰਿਹਾ, ਜਿਵੇਂ ਪੰਜਾਬ ਦੇ ਵਿੱਚ ਕਹਿੰਦੇ ਨੇ ਰੇਤ ਮਾਫੀਆ ਚੱਲ ਰਿਹਾ ਜਾਂ ਹੋਰ ਮਾਫੀਆ ਚੱਲ ਰਹੇ ਨੇ, ਉੱਦਾਂ ਹੀ ਕਹਿੰਦੇ ਨੇ ਵੀ ਦਿੱਲੀ ਦੇ ਵਿੱਚ ਸ਼ਰਾਬ ਮਾਫੀਆ ਚੱਲ ਰਿਹਾ। ਕਾਂਗਰਸ ਇਹ ਗੱਲ ਕਹਿੰਦੀ ਸੀ ਕਿ ਜਿਹੜਾ ਉਹ ਸਾਡੇ ਨਾਲ ਬਦਲਾਖੋਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਸੀ ਕਿ ਦੇਖੋ ਜੀ ਅਗਰ ਤੁਸੀਂ ਸਾਫ਼ ਸੁਥਰੇ ਹੋ, ਸੱਚੇ ਹੋ ਤਾਂ ਤੁਹਾਨੂੰ ਡਰਨ ਦੀ ਕੀ ਲੋੜ ਹੈ, ਤੁਸੀਂ ਕੋਆਪਰੇਟ ਕਰੋ। ਹੁਣ ਜਦੋਂ ਆਪਣੇ ਤੇ ਛਾਪੇਮਾਰੀ ਹੋ ਰਹੀ ਹੈ ਤਾਂ ਕਹਿ ਰਹੇ ਨੇ ਕਿ ਸਾਡੇ ਨਾਲ ਬਦਲਾਖੋਰੀ ਹੋ ਰਹੀ ਹੈ। ਵੱਡੇ ਵੱਡੇ ਦਾਅਵੇ ਵਾਅਦੇ ਹੋ ਰਹੇ ਨੇ, ਕਹਿ ਰਹੇ ਨੇ ਕਿ ਪੰਜਾਬ 'ਚ ਤਾਂ ਅਸੀਂ ਕੁਝ ਦਿਨਾਂ ਦੇ ਵਿੱਚ ਹੀ ਭ੍ਰਿਸ਼ਟਾਚਾਰ ਮੁਕਾਤਾ, ਜਦਕਿ ਉਸ ਤੋਂ ਬਾਅਦ ਵੀ ਵਿਜੇ ਸਿੰਗਲਾ ਇਹਨਾਂ ਦੇ ਆਪਣੇ ਮੰਤਰੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਜਿਹੜੇ ਉਹ ਉਹਨਾਂ ਤੇ ਕੇਸ ਜਿਹੜਾ ਚੱਲ ਰਿਹਾ ਹੈਗਾ। ਜਿਹੜਾ ਐਜੂਕੇਸ਼ਨ ਮਾਡਲ ਹੈਗਾ ਉਹਦੀ ਅਮਰੀਕਾ ਤੱਕ ਚਰਚਾ ਹੋ ਰਹੀ ਹੈ। ਨਿਊਯਾਰਕ ਟਾਈਮਸ ਦੇ ਵਿੱਚ ਆਰਟੀਕਲ ਛਪ ਰਹੇ ਨੇ। ਇੱਕ ਪਾਸੇ ਜਿਹੜੇ ਆਪਣੇ ਘਰ ਦੇ ਵਿੱਚ ਹੀ ਸਾਨੂੰ ਵਿਰੋਧੀ ਨੇ ਜਿਹੜੇ ਉਹ ਛਾਪੇਮਾਰੀ ਕਰਕੇ ਘੇਰ ਰਹੇ ਨੇ। ਸੁਖਪਾਲ ਖਹਿਰਾ ਨੇ ਵੀ ਇਹਦੇ ਉੱਪਰ ਤੰਜ਼ ਕੱਸਿਆ ਸੀ, ਉਹਦੀ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼। ਇਹ ਪ੍ਰੋਗਰਾਮ ਹੈ ਜਿਹੜਾ ਹੁੰਦਾ ਹਫ਼ਤੇ ਦੇ ਵਿੱਚ 2 ਦਿਨ ਲਾਈਵ ਅਸੀਂ ਲੈ ਕੇ ਆਉਂਦੇ ਹਾਂ ਵੱਖ-ਵੱਖ ਅਖਬਾਰਾਂ ਦੀਆਂ ਸਰਗਰਮੀਆਂ। ਤੁਸੀਂ ਵੀ ਜੁੜਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ, ਜਿਸ ਦੇ ਲਈ ਲਗਾਤਾਰ 2 ਨੰਬਰ ਸਕਰੀਨ ਤੇ ਫਲੈਸ਼ ਹੋ ਰਹੇ ਨੇ। ਇਹਨਾਂ ਨੰਬਰਾਂ ਤੇ ਤੁਸੀਂ ਸਾਨੂੰ ਕਾਲ ਕਰਨੀ ਹੈ, ਸਿੱਧਾ ਰਾਬਤਾ ਬਣਾਉਣਾ ਜੀ। ਚੰਡੀਗੜ੍ਹ ਸਟੂਡੀਓ ਦੇ ਵਿੱਚ ਪਹਿਲਾ ਨੰਬਰ ਹੈਗਾ 8893232656। ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਤੁਸੀਂ ਬੈਠੇ ਹੋ, ਡਾਇਰੈਕਟ ਸਾਡੇ ਨਾਲ ਇਸ ਨੰਬਰ ਤੇ ਆਪਣਾ ਰਾਬਤਾ ਕਾਇਮ ਕਰ ਸਕਦੇ ਹੋ। ਤੇ ਪੰਜਾਬ ਤੇ ਭਾਰਤ ਦੇ ਵਸਨੀਕਾਂ ਦੇ ਲਈ ਅਸੀਂ ਦੂਜਾ ਨੰਬਰ ਰੱਖਿਆ ਹੋਇਆ ਜੀ, ਉਹ ਨੰਬਰ ਹੈਗਾ 8872 88835। ਤੁਹਾਡੇ ਪਿੰਡ, ਤੁਹਾਡੇ ਸ਼ਹਿਰ, ਤੁਹਾਡੀ ਗਲੀ ਮੁਹੱਲੇ ਦੀ ਕੋਈ ਉਹ ਖਬਰ ਜੋ ਅਖਬਾਰਾਂ ਦੀਆਂ ਸੁਰਖੀਆਂ ਨਹੀਂ ਬਣ ਸਕੀ, ਟੀਵੀ ਦਾ ਹਿੱਸਾ ਨਹੀਂ ਬਣ ਸਕੀ। ਤੁਹਾਡਾ ਕਈ ਵਾਰੀ ਇਹ ਇਲਜ਼ਾਮ ਹੁੰਦਾ ਕਿ ਸਾਡੀ ਤਾਂ ਜੀ ਖਬਰ ਹੈ ਜਿਹੜੀ ਉਹ ਚੱਲਦੀ ਨਹੀਂ, ਸੋ ਉਹ ਖਬਰਾਂ ਵੀ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਲਾਈਵ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਦੋਨੋਂ ਨੰਬਰ ਲਗਾਤਾਰ ਚੱਲ ਰਹੇ ਨੇ ਜੀ, ਦੋਨੋਂ ਨੰਬਰਾਂ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਤੇ ਨਾਲ ਦੀ ਨਾਲ ਜਿਹੜਾ ਆਪਣਾ ਪ੍ਰੋਗਰਾਮ ਹੈ ਉਹ ਵੀ ਲਾਈਵ ਸਟਾਰਟ ਹੋ ਗਿਆ। ਟੈਲੀਵਿਜ਼ਨ ਦੇ ਜ਼ਰੀਏ ਤੁਸੀਂ ਸਾਨੂੰ ਲਾਈਵ ਦੇਖ ਰਹੇ ਹੋ, ਫੇਸਬੁੱਕ ਤੇ ਵੀ ਅਸੀਂ ਲਾਈਵ ਜਾ ਰਹੇ ਹਾਂ, ਉੱਥੇ ਵੀ ਕਮੈਂਟ ਦੇ ਜ਼ਰੀਏ ਆਪਣੇ ਸਵਾਲ ਤੇ ਸੁਝਾਅ ਨੇ ਜਿਹੜੇ ਉਹ ਰੱਖ ਸਕਦੇ ਹੋ। ਤੇ ਹੁਣ ਅਸੀਂ ਸਵਾਗਤ ਕਰਾਂਗੇ ਇਸ ਪ੍ਰੋਗਰਾਮ ਦਾ ਅਹਿਮ ਹਿੱਸਾ ਬਲਦੀਪ ਸਿੰਘ ਕੰਗ ਜੀ ਦਾ। ਸਤਿ ਸ਼੍ਰੀ ਅਕਾਲ ਬਲਦੀਪ ਜੀ, ਸਵਾਗਤ ਹੈ ਤੁਹਾਡਾ। ਨਵਦੀਪ ਜੀ ਸਤਿ ਸ਼੍ਰੀ ਅਕਾਲ। ਤਮਾਮ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਔਰ ਜੋ ਦੇਸ਼ ਵਿਦੇਸ਼ 'ਚ ਸਾਨੂੰ ਦੇਖ ਰਹੇ ਨੇ, US ਕੈਨੇਡਾ ਦੇ ਵਿੱਚ ਸੋਸ਼ਲ ਮੀਡੀਆ ਫੇਸਬੁੱਕ ਦੇ ਰਾਹੀਂ ਸਾਡੇ ਨਾਲ ਜੁੜੇ ਹੋਏ ਨੇ, ਤਮਾਮ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਔਰ ਕੁਝ ਦਿਨ ਪਹਿਲਾਂ ਸ਼੍ਰੀ ਕ੍ਰਿਸ਼ਨ ਭਗਵਾਨ ਦੀ ਜਨਮ ਅਸ਼ਟਮੀ ਦਾ ਤਿਉਹਾਰ ਹੈ ਜਿਹੜਾ ਉਹ ਲੰਘ ਕੇ ਗਿਆ। ਸੋ ਤਮਾਮ ਉਹਨਾਂ ਦੇ ਸ਼ਰਧਾਲੂਆਂ ਨੂੰ ਬਹੁਤ-ਬਹੁਤ ਮੁਬਾਰਕਾਂ, ਬਹੁਤ-ਬਹੁਤ ਵਧਾਈ। ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਵੀ ਉਹਨਾਂ ਦੇ ਪਰਥਾਏ ਕਈ ਜਿਹੜੇ ਨੇ ਬਾਣੀ ਸ਼ਬਦ ਜਿਹੜੇ ਨੇ ਉਚਾਰਨ ਕੀਤੇ ਹੋਏ ਨੇ। ਸੋ ਤਮਾਮ ਉਹਨਾਂ ਸ਼ਰਧਾਲੂਆਂ ਨੂੰ ਜਿਹੜਾ ਬਹੁਤ-ਬਹੁਤ ਵਧਾਈ ਹੋਵੇ ਜੀ। ਬਿਲਕੁਲ। ਤਾਂ ਜਿਵੇਂ ਮੈਂ ਦਰਸ਼ਕਾਂ ਦੇ ਨਾਲ ਸ਼ੇਅਰ ਕਰਦੀ ਹੁੰਦੀ ਹਾਂ ਕਿ ਤੁਸੀਂ ਕੋਈ ਵੀ ਖਬਰ ਹੈ ਜਿਹੜੀ ਲਾਈਵ ਪ੍ਰੋਗਰਾਮ 'ਚ ਸ਼ੇਅਰ ਕਰ ਸਕਦੇ ਹੋ, ਕਿਉਂਕਿ ਆਪਾਂ ਇਹ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਸੋ ਇਸ ਤਰੀਕੇ ਨਾਲ ਜਿਵੇਂ ਬਲਦੀਪ ਜੀ ਨੇ ਕਿਹਾ ਕਿ ਜਨਮ ਅਸ਼ਟਮੀ ਲੰਘ ਕੇ ਗਈ ਆ, ਸੋ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਧੂਮਧਾਮ ਦੇ ਨਾਲ ਮਨਾਈ ਜਾਂਦੀ ਹੈ। ਸੋ ਤੁਸੀਂ ਅਮਰੀਕਾ ਬੈਠੇ ਹੋ, ਕੈਨੇਡਾ ਬੈਠੇ ਹੋ, ਆਸਟ੍ਰੇਲੀਆ ਬੈਠੇ ਹੋ, ਜਿੱਥੇ ਵੀ ਬੈਠੇ ਹੋ, ਤਾਂ ਉੱਥੇ ਆਪਣੇ ਜਿਹੜੇ ਭਾਰਤ ਦੇ ਤਿਉਹਾਰ ਨੇ, ਪੰਜਾਬ ਦੇ ਤਿਉਹਾਰ ਨੇ, ਕਿਸ ਤਰੀਕੇ ਦੇ ਨਾਲ ਮਨਾਉਂਦੇ ਹੋ ਉਹ ਵੀ ਸ਼ੇਅਰ ਕਰਿਆ ਕਰੋ। ਬਹੁਤ ਚੰਗਾ ਲੱਗਦਾ ਹੈ, ਆਪਣਤ ਜੀ ਮਹਿਸੂਸ ਹੁੰਦੀ ਹੈ ਨਾ। ਬਿਲਕੁਲ ਜੀ। ਤੇ ਅੱਜ ਦੀਆਂ ਖਬਰਾਂ ਹਰ ਵਾਰ ਦੀ ਤਰ੍ਹਾਂ ਅਹਿਮ ਰਹਿਣ ਵਾਲੀਆਂ ਨੇ। ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੀ। ਆਮ ਆਦਮੀ ਪਾਰਟੀ ਜਿੱਥੇ ਪੰਜਾਬ ਦੇ ਵਿੱਚ ਸੁਰਖੀਆਂ ਦਾ ਹਿੱਸਾ ਰਹਿੰਦੀ ਹੈ, ਉੱਥੇ ਹੀ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਦਿੱਲੀ ਦੇ ਵਿੱਚ ਵੀ ਸੁਰਖੀਆਂ ਦਾ ਹਿੱਸਾ ਬਣੀ ਹੋਈ ਹੈ, ਕਿਉਂਕਿ CBI ਨੇ ਕਿਸ ਤਰੀਕੇ ਦੇ ਨਾਲ ਛਾਪੇਮਾਰੀ ਕੀਤੀ ਆ ਜਾਂ ਕਿਵੇਂ ਜਿਹੜਾ ਅਗਲਾ ਦੌਰ ਹੈ ਉਹ ਚੱਲ ਰਿਹਾ। ਸੋ ਆਮ ਆਦਮੀ ਪਾਰਟੀ ਤੇ ਪ੍ਰੋਪਰ ਤਰੀਕੇ ਦੇ ਨਾਲ ਸ਼ਿਕੰਜਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਉਹ ਕੱਸਿਆ ਜਾ ਰਿਹਾ। ਤਾਂ ਇਲਜ਼ਾਮ ਨੇ ਜਿਹੜੇ ਕੇਂਦਰ ਸਰਕਾਰ ਤੇ ਲੱਗਦੇ ਨੇ ਕਿ ਕੇਂਦਰ ਸਰਕਾਰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਲੱਭਣਾ ਕੁਛ ਨਹੀਂ ਹੈ। ਪਰ ਲੱਭਣ ਦੇ ਲਈ ਤਾਂ ਕਿ ਜੇਕਰ ਕਿਸੇ ਕੋਲੇ ਕੋਈ ਨਾ ਕੋਈ ਪ੍ਰੂਫ ਹੁੰਦਾ ਜਾਂ ਕਿਤੇ ਨਾ ਕਿਤੇ ਕੋਈ ਚਿੰਗਿਆਰੀ ਸੁਲਗਦੀ ਹੈ ਤਾਂ ਫਿਰ ਹੀ ਕਹਿੰਦੇ ਨੇ ਕਿ ਅੱਗ ਲੱਗਦੀ ਹੈ ਤੇ ਭਾਂਬੜ ਮੱਚਦੇ ਨੇ। ਤਾਂ ਹੁਣ ਆਮ ਆਦਮੀ ਪਾਰਟੀ ਤੇ ਜਿਹੜੀ ਹੈਗੀ ਆ ਮੋਦੀ ਸਰਕਾਰ ਦੀ ਅੱਖ ਹੋ ਗਈ ਹੈ। ਤਾਂ ਹੁਣ ਮੇਨ ਜਿਹੜੇ ਮਨੀਸ਼ ਸਿਸੋਦੀਆ ਉਹਨਾਂ ਤੇ ਜਿਹੜਾ ਇਹ ਭਾਣਾ ਵਰਤਾਇਆ ਜਾ ਰਿਹਾ। ਸੋ ਹੁਣ ਕੀ ਕੁਝ ਰਹੇਗਾ
ਆਉਣ ਵਾਲੇ ਦਿਨਾਂ ਦੇ ਵਿੱਚ ਖਾਸ ਇਹ ਵੀ ਦੱਸਦੇ ਜਾਵਾਂਗੇ। ਪਰ ਫਿਲਹਾਲ ਕੀ ਕੁਝ ਚੱਲ ਰਿਹਾ ਕਿ ਛਾਪੇਮਾਰੀ ਕੀਤੀ ਹੈ, FIR ਜਿਹੜੀ ਦਰਜ ਹੈ ਉਹ ਵੀ ਕੀਤੀ ਗਈ ਹੈ। ਉਹਦੇ ਲਈ ਆਪਾਂ ਵਧਾਂਗੇ ਬਲਦੀਪ ਜੀ ਕੋਲ। ਬਲਦੀਪ ਜੀ, ਹੁਣ ਮੋਦੀ ਸਾਹਿਬ ਤਾਂ ਹੱਥ ਧੋ ਕੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਪਿੱਛੇ ਪੈ ਗਏ ਨੇ। ਬਿਲਕੁਲ ਨਵਦੀਪ, ਇਹ ਕੱਲਾ ਆਮ ਆਦਮੀ ਪਾਰਟੀ ਨਹੀਂ, ਤੁਸੀਂ ਦੇਖਿਆ ਹੋਣਾ ਕਿ ਚੋਣਾਂ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਬੜਾ ਚਰਚਾ ਦੇ ਵਿੱਚ ਆਏ ਸੀ। ਉਸ ਵੇਲੇ ਛਾਪੇਮਾਰੀ ਹੋਈ ਸੀਗੀ, ਕਈ ਕਰੋੜਾਂ ਰੁਪਇਆ ਬੜਾ ਕੁਝ ਬਰਾਮਦ ਹੋਇਆ ਸੀਗਾ। ਉਸ ਵੇਲੇ ਕਾਂਗਰਸ ਇਹ ਗੱਲ ਕਹਿੰਦੀ ਸੀ ਕਿ ਜਿਹੜਾ ਉਹ ਸਾਡੇ ਨਾਲ ਬਦਲਾਖੋਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਸੀ ਕਿ ਦੇਖੋ ਜੀ, ਅਗਰ ਤੁਸੀਂ ਸਾਫ਼ ਸੁਥਰੇ ਹੋ, ਸੱਚੇ ਹੋ, ਤਾਂ ਤੁਹਾਨੂੰ ਡਰਨ ਦੀ ਕੀ ਲੋੜ ਹੈ, ਤੁਸੀਂ ਕੋਆਪਰੇਟ ਕਰੋ। ਹੁਣ ਜਦੋਂ ਆਪਣੇ ਤੇ ਛਾਪੇਮਾਰੀ ਹੋ ਰਹੀ ਹੈ ਤਾਂ ਕਹਿ ਰਹੇ ਨੇ ਕਿ ਸਾਡੇ ਨਾਲ ਬਦਲਾਖੋਰੀ ਹੋ ਰਹੀ ਹੈ। ਸੋ ਮਸਲਾ ਬੜਾ ਗੰਭੀਰ ਹੈ। ਆਪਾਂ ਇਹ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਹੁਣ 92 ਵਿਧਾਇਕ ਲੈ ਕੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆ, ਉਹ ਕਾਂਗਰਸ ਦੇ ਅਕਾਲੀਆਂ ਨੂੰ ਧਮਕਾ ਰਹੇ ਨੇ ਕਿ ਦੇਖੋ ਜੀ, ਅਸੀਂ ਤੁਹਾਡੇ ਉੱਪਰ ਜਿਹੜੇ ਪੁਰਾਣੇ ਕੇਸ ਨੇ ਉਹ ਖੋਲ ਦਿਆਂਗੇ, ਜਿਹੜੇ ਭ੍ਰਿਸ਼ਟਾਚਾਰ ਦੇ ਜਾਂ ਹੋਰ। ਤੇ ਦੂਜੇ ਪਾਸੇ ਕੇਂਦਰ ਦੇ ਵਿੱਚ ਮੋਦੀ ਸਰਕਾਰ ਹੈ। ਹੁਣ ਸਿਸਟਮ ਇਸ ਤਰੀਕੇ ਦਾ ਬਣਿਆ ਹੋਇਆ ਕਿ 2013 ਤੋਂ ਬਾਅਦ ਲਗਾਤਾਰ ਜਿਹੜਾ ਉਹ ਦਿੱਲੀ ਦੇ ਵਿੱਚ 3 ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ। ਪੰਜਾਬ ਦੇ ਵਿੱਚ ਇੱਕ ਜੱਦੋ-ਜਹਿਦ ਤੋਂ ਬਾਅਦ 92 ਸੀਟਾਂ ਵੱਡੀ ਮੈਜੋਰਟੀ ਹਾਸਲ ਕਰਕੇ ਪੰਜਾਬ ਸਰਕਾਰ ਬਣਾ ਚੁੱਕੀ ਹੈ ਆਮ ਆਦਮੀ ਪਾਰਟੀ। ਅਗਲਾ ਨਿਸ਼ਾਨਾ ਜਿਹੜਾ ਹੈਗਾ ਉਹ ਹੁਣ ਗੁਜਰਾਤ ਦਾ ਹੈ, ਉਹ ਹਿਮਾਚਲ, ਗੁਆਂਢੀ ਸੂਬੇ ਹਿਮਾਚਲ ਦਾ ਹੈਗਾ। ਬੜੇ ਜ਼ੋਰਾਂ ਸ਼ੋਰਾਂ ਦੇ ਉੱਪਰ ਪ੍ਰਚਾਰ ਚੱਲ ਰਿਹਾ। ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੇ ਨਾਲ ਗੁਜਰਾਤ ਦਾ ਦੌਰਾ ਵੀ ਕਰਿਆ ਹੈ। ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੇ ਨਾਲ ਜਿਹੜਾ ਉਹ ਹਿਮਾਚਲ ਦਾ ਦੌਰਾ ਵੀ ਕਰਿਆ ਹੈ। ਵੱਡੇ ਵੱਡੇ ਦਾਅਵੇ ਵਾਅਦੇ ਹੋ ਰਹੇ ਨੇ, ਕਹਿ ਰਹੇ ਨੇ ਕਿ ਪੰਜਾਬ 'ਚ ਤਾਂ ਅਸੀਂ ਕੁਝ ਦਿਨਾਂ ਦੇ ਵਿੱਚ ਹੀ ਭ੍ਰਿਸ਼ਟਾਚਾਰ ਮੁਕਾਤਾ, ਜਦਕਿ ਉਸ ਤੋਂ ਬਾਅਦ ਵੀ ਵਿਜੇ ਸਿੰਗਲਾ, ਇਹਨਾਂ ਦੇ ਆਪਣੇ ਮੰਤਰੀ, ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਜਿਹੜੇ ਉਹ ਉਹਨਾਂ ਤੇ ਕੇਸ ਜਿਹੜਾ ਚੱਲ ਰਿਹਾ ਹੈਗਾ। ਹੁਣ ਮੋਦੀ ਸਰਕਾਰ ਨੂੰ ਇਹ ਲੱਗਦਾ ਹੈ ਕਿ 2024 ਦੇ ਵਿੱਚ ਕਿਤੇ ਅਰਵਿੰਦ ਕੇਜਰੀਵਾਲ ਕੋਈ ਬਹੁਤ ਵੱਡਾ ਚੈਲੰਜ ਨਾ ਬਣ ਜਾਵੇ ਉਹਨਾਂ ਦੀ ਕੁਰਸੀ ਦੇ ਲਈ। ਜਿਵੇਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇਹੀ ਗੱਲ ਕਹਿੰਦੀ ਹੈ। ਛਾਪੇਮਾਰੀ ਹੋਈ, ਛਾਪੇਮਾਰੀ ਤੋਂ ਐਨ ਬਾਅਦ ਮਨੀਸ਼ ਸਿਸੋਦੀਆ, ਉਸੇ ਵੇਲੇ ਜਿਸ ਵੇਲੇ ਛਾਪੇਮਾਰੀ ਹੋ ਰਹੀ ਸੀ, ਉਸ ਵੇਲੇ ਮਨੀਸ਼ ਸਿਸੋਦੀਆ ਟਵੀਟ ਕਰਦੇ ਨੇ ਤੇ ਕਹਿ ਰਹੇ ਨੇ ਕਿ 2024 ਦੀ ਜਿਹੜੀ ਚੋਣ ਹੈਗੀ ਆ ਉਹ ਕੇਜਰੀਵਾਲ ਬਨਾਮ ਮੋਦੀ ਹੋਏਗੀ। ਸਿੱਧੇ ਤੌਰ ਤੇ ਚੈਲੰਜ ਇੱਕ ਹਿਸਾਬ ਨਾਲ ਹੋ ਰਿਹਾ। ਸੋ ਜਿਹੜੇ ਮੋਦੀ ਸਾਹਿਬ ਦਾ ਆਪਾਂ ਨੂੰ ਸਟਾਈਲ ਪਤਾ ਹੈ ਕਿ ਜਿਹੜੇ ਵਿਰੋਧੀ ਖੜੇ ਹੁੰਦੇ ਨੇ ਉਹਨਾਂ ਦੇ ਖਿਲਾਫ ਕੋਈ ਨਾ ਕੋਈ ਚੀਜ਼ ਤਾਂ ਨਿਕਲ ਕੇ ਸਾਹਮਣੇ ਜ਼ਰੂਰ ਆਉਂਦੀ ਹੈ, ਚਾਹੇ ਉਹ CBI ਹੋਵੇ, ਚਾਹੇ ਉਹ ED ਹੋਵੇ। ਆਪਾਂ ਨੂੰ ਪਤਾ ਹੈ ਕਿ ਬੰਗਾਲ ਦੇ ਵਿੱਚ ਚੋਣਾਂ ਸੀਗੀਆਂ ਤਾਂ ਬੰਗਾਲ ਦੇ ਵਿੱਚ ਤ੍ਰਿਣਮੂਲ ਕਾਂਗਰਸ ਦੇ ਜਿੰਨੇ ਵੀ ਪਾਰਟੀ ਦੇ ਵਿਧਾਇਕ ਰਹੇ ਸੀਗੇ ਜਾਂ ਮੰਤਰੀ ਰਹੇ ਸੀਗੇ, ਉਹਨਾਂ ਦੇ ਘਰੇ ਛਾਪੇਮਾਰੀ, ED ਦੀ ਰੇਡ, CBI ਦੀ ਰੇਡਸ ਜਿਹੜੀਆਂ ਹੋ ਰਹੀਆਂ ਸੀਗੀਆਂ। ਪੰਜਾਬ ਦੇ ਵਿੱਚ ਸੀ ਤਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਬਹੁਤ ਵੱਡੀ ਐਗਜ਼ਾਮਪਲ ਆਪਣੇ ਕੋਲ ਹੈਗੀ ਹੈ। ਮਨਪ੍ਰੀਤ ਆਲੀ ਦੇ ਘਰੇ ਰੇਡਸ ਹੋਈਆਂ ਸੀਗੀਆਂ ਪਿਛਲੇ ਦਿਨੀ। ਸੋ ਹੁਣ ਇਹ ਕੇਜਰੀਵਾਲ ਜੋ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ, ਪਹਿਲਾਂ ਆਪਾਂ ਉਹ ਸਮਝ ਲਈਏ ਕਿ ਰੇਡ ਹੋ ਕਿਉਂ ਰਹੀ ਹੈ, ਕਿਉਂਕਿ ਕਾਰਨ ਕੀ ਹੈ ਉਸ ਚੀਜ਼ ਦਾ। ਮੁੱਖ ਤੌਰ ਤੇ ਜਿਹੜੀ ਸ਼ਰਾਬ ਦੀ ਐਕਸਾਈਜ਼ ਪਾਲਿਸੀ ਹੈਗੀ ਹੈ, ਉਸ ਨੂੰ ਲੈ ਕੇ ਘਮਸਾਨ ਜਿਹੜਾ ਉਹ ਮਚਿਆ ਹੋਇਆ। ਦਰਅਸਲ 2021 ਅਪ੍ਰੈਲ 2021 ਦੇ ਵਿੱਚ ਦਿੱਲੀ ਸਰਕਾਰ ਇੱਕ ਨਵੀਂ ਸ਼ਰਾਬ ਐਕਸਾਈਜ਼ ਨੀਤੀ ਲੈ ਕੇ ਆਉਂਦੀ ਹੈ। ਉਸ ਦੇ ਵਿੱਚ ਕੁਝ ਚੀਜ਼ਾਂ ਹੁੰਦੀਆਂ ਨੇ। ਪਹਿਲਾਂ ਤਾਂ ਉਹ ਇਹ ਪ੍ਰਚਾਰ ਕਰਦੇ ਨੇ ਕਿ ਦੇਖੋ ਜੀ, ਸ਼ਰਾਬ ਦਾ ਮਾਫੀਆ ਚੱਲ ਰਿਹਾ, ਜਿਵੇਂ ਪੰਜਾਬ ਦੇ ਵਿੱਚ ਕਹਿੰਦੇ ਨੇ ਰੇਤ ਮਾਫੀਆ ਚੱਲ ਰਿਹਾ ਜਾਂ ਹੋਰ ਮਾਫੀਆ ਚੱਲ ਰਹੇ ਨੇ, ਉੱਦਾਂ ਹੀ ਕਹਿੰਦੇ ਨੇ ਵੀ ਦਿੱਲੀ ਦੇ ਵਿੱਚ ਸ਼ਰਾਬ ਮਾਫੀਆ ਚੱਲ ਰਿਹਾ। ਉਹਦੇ ਨਾਲ ਉਹਦਾ ਨੁਕਸਾਨ ਇਹ ਹੋ ਰਿਹਾ ਕਿ ਸਰਕਾਰ ਨੂੰ ਜਿਹੜਾ ਲਾਭ ਪਹੁੰਚਣਾ ਟੈਕਸ ਦੇ ਜ਼ਰੀਏ ਜਾਂ ਹੋਰ ਜ਼ਰੀਏ ਉਹ ਘੱਟ ਹੋ ਰਿਹਾ। ਉਸ ਨੂੰ ਅਸੀਂ ਨਵੀਂ ਨੀਤੀ ਲੈ ਕੇ ਆਵਾਂਗੇ, ਨਵੀਂ ਨੀਤੀ ਦੇ ਨਾਲ ਉਹ ਖਤਮ ਕਰਾਂਗੇ। ਇੱਕ ਤਾਂ ਸ਼ਰਾਬ ਮਾਫੀਆ ਖਤਮ ਹੋਏਗਾ, ਦੂਜਾ ਸਰਕਾਰ ਦੇ ਖਾਤੇ ਦੇ ਵਿੱਚ ਪੈਸੇ ਵੱਧ ਆਉਣਗੇ। ਜਿੱਦਾਂ ਕਿ ਰੇਤ ਮਾਫੀਆ ਦੇ ਵਿੱਚ ਪੰਜਾਬ 'ਚ ਕਿਹਾ ਜਾਂਦਾ ਕਿ ਮਾਫੀਆ ਖਤਮ ਕਰਾਂਗੇ ਤਾਂ ਖਜ਼ਾਨੇ ਦੇ ਵਿੱਚ ਪੈਸੇ ਆਉਣਗੇ। ਸੋ ਸੇਮ ਇਹੀ ਦਲੀਲ ਜਿਹੜੀ ਆ ਦਿੱਤੀ ਗਈ ਔਰ 2021 ਦੇ ਵਿੱਚ ਨਵੀਂ ਸ਼ਰਾਬ ਐਕਸਾਈਜ਼ ਨੀਤੀ ਜਿਹੜੀ ਆ ਉਹ ਦਿੱਲੀ ਦੀ ਸਰਕਾਰ ਲੈ ਕੇ ਆਈ। ਉਹਦੇ ਵਿੱਚ ਇਹ ਕੀਤਾ ਗਿਆ ਕਿ ਇੱਕ ਤਾਂ ਦੇਖੋ ਨਵਦੀਪ, ਬੜੀ ਹਾਸੇ ਵਾਲੀ ਗੱਲ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਕੁਝ ਦਿਨਾਂ ਦੇ ਵਿੱਚ ਹੀ ਨਸ਼ਾ ਜਿਹੜਾ ਉਹ ਖਤਮ ਕਰ ਦੇਣਾ, ਅਸੀਂ ਨਸ਼ੇ ਤੇ ਠੱਲ ਪਾ ਦੇਣੀ ਆ। ਬੜੇ ਵੱਡੇ ਦਾਅਵੇ ਹੋਏ। ਉੱਥੇ ਤੁਸੀਂ ਦੇਖੋ ਕਿ ਜਦੋਂ ਸ਼ਰਾਬ ਨੀਤੀ ਨਵੀਂ ਲੈ ਕੇ ਆਏ ਤਾਂ ਸ਼ਰਾਬ ਪੀਣ ਦੀ ਜਿਹੜੀ ਦਰ ਹੈਗੀ ਹੈ, ਕਾਨੂੰਨਨ ਦਰ ਹੈਗੀ ਹੈ ਜਿਹੜੀ, ਉਹ 25 ਸਾਲ ਤੋਂ ਘਟਾ ਕੇ 21 ਸਾਲ ਕਰ ਦਿੱਤੀ ਗਈ। ਤੁਸੀਂ ਇਹ ਦੇਖੋ ਕਿ 25 ਸਾਲ ਤੋਂ ਘਟਾ ਕੇ 21 ਸਾਲ ਕਰ ਦਿੱਤੀ ਗਈ। ਅੱਛਾ, ਦੂਜਾ ਹੋਰ ਇਹਦੇ ਵਿੱਚ ਬਦਲਾਅ ਕੀਤਾ ਗਿਆ ਕਿ
ਪਹਿਲਾਂ ਜਿਹੜੇ ਠੇਕੇ ਹੁੰਦੇ ਸੀਗੇ ਜਾਂ ਸ਼ਰਾਬ ਦੀਆਂ ਦੁਕਾਨਾਂ ਹੁੰਦੀਆਂ ਸੀ 60% ਦੀ ਜਿਹੜੀਆਂ ਨੇ ਉਹ ਸਰਕਾਰੀ ਦੁਕਾਨਾਂ ਹੁੰਦੀਆਂ ਸੀ, 40% ਜਿਹੜੀਆਂ ਦੁਕਾਨਾਂ ਹੁੰਦੀਆਂ ਸੀ ਉਹ ਪ੍ਰਾਈਵੇਟ ਹੁੰਦੀਆਂ ਸੀ, ਨਿੱਜੀ ਹੁੰਦੀਆਂ ਸੀਗੀਆਂ। ਸੋ ਉਹਦੇ ਵਿੱਚ ਵੀ ਇਹਨਾਂ ਨੇ ਬਦਲਾਅ ਕੀਤਾ ਕਿ ਜਿਹੜਾ ਕਿ ਉਹ ਟੋਟਲ ਤੌਰ ਤੇ ਅਸੀਂ ਇਹਨੂੰ ਪ੍ਰਾਈਵੇਟ ਹੀ ਕਰ ਦਈਏ, ਸਰਕਾਰੀ ਜਿਹੜਾ ਠੇਕੇ ਹੈਗੇ ਨੇ ਉਹ ਇਹਦੇ ਚੋਂ ਕੱਢ ਦਈਏ, ਟੋਟਲ ਤੌਰ ਤੇ ਪ੍ਰਾਈਵੇਟ ਕਰ ਦਈਏ। ਕੁੱਲ ਮਿਲਾ ਕੇ ਦਿੱਲੀ ਦੇ ਵਿੱਚ ਮੇਰੇ ਖਿਆਲ 800 ਤੋਂ ਉੱਪਰ ਕੁਝ ਠੇਕੇ ਨੇ, 850 ਸ਼ਾਇਦ, ਐਗਜ਼ੈਕਟ ਮੈਨੂੰ ਫਿਗਰ ਨਹੀਂ ਪਤਾ, ਪਰ 800 ਦੇ ਨੇੜੇ ਤੇੜੇ ਨੇ ਜੀ। ਤੋਂ 800 ਉਹਨਾਂ ਦੇ ਵਿੱਚ ਇਹ ਕਿਹਾ ਗਿਆ ਸ਼ਰਾਬ ਨੀਤੀ ਦੇ ਵਿੱਚ ਕਿ ਠੇਕਿਆਂ ਦੀ ਗਿਣਤੀ ਨਹੀਂ ਵਧਾਈ ਜਾਊਗੀ, ਠੇਕਿਆਂ ਦੀ ਗਿਣਤੀ ਓਨੀ ਰਹੂਗੀ, ਪਰ ਸਰਕਾਰੀ ਠੇਕੇ ਨਹੀਂ ਹੋਣਗੇ, ਪ੍ਰਾਈਵੇਟ ਠੇਕੇ ਹੋਣਗੇ। ਤਰਕ ਦਿੱਤਾ ਗਿਆ ਕਿ ਸਰਕਾਰੀ ਠੇਕੇ ਦੇ ਵਿੱਚੋਂ ਸਾਨੂੰ ਰੈਵਨਿਊ ਘੱਟ ਆਉਂਦਾ। ਜਿਸ ਵੇਲੇ ਮਨੀਸ਼ ਸਿਸੋਦੀਆ ਨੇ ਇਹ ਜਾਂ ਕੇਜਰੀਵਾਲ ਸਰਕਾਰ ਨੇ ਨੀਤੀ ਲਾਗੂ ਕਰਨੀ ਸੀ ਨਵੀਂ, ਤਾਂ ਉਸ ਵੇਲੇ ਤਰਕ ਦਿੰਦੇ ਸੀ ਕਿ ਸਾਨੂੰ ਸਰਕਾਰੀ ਠੇਕਿਆਂ ਤੋਂ ਰੈਵਨਿਊ ਘੱਟ ਆਉਂਦਾ, ਸਾਨੂੰ ਪੈਸਾ ਖਾਤੇ 'ਚ ਘੱਟ ਆਉਂਦਾ, ਪ੍ਰਾਈਵੇਟ ਤੋਂ ਸਾਨੂੰ ਜਿਹੜਾ ਉਹ ਜ਼ਿਆਦਾ ਆਉਂਦਾ ਹੈ। ਕਹਿੰਦੇ ਵੀ ਪ੍ਰਾਈਵੇਟ ਕਰ ਦਿਓ, ਖਾਤੇ ਦੇ ਵਿੱਚ ਪੈਸਾ ਜ਼ਿਆਦਾ ਆਏਗਾ ਜੀ। ਸੋ ਉਸੇ ਨੀਤੀ ਦੇ ਤਹਿਤ ਇਹ ਜਿਹੜਾ ਨਵੀਂ ਨੀਤੀ ਦੇ ਤਹਿਤ ਠੇਕੇ ਪ੍ਰਾਈਵੇਟ ਕੀਤੇ ਗਏ। ਦੂਜਾ ਇੱਕ ਤਰਕੇ ਦਿੰਦੇ ਸੀ ਕਿ ਦਿੱਲੀ ਦੇ ਜਿੰਨੇ ਵੀ ਜ਼ੋਨ ਨੇ ਜਾਂ ਕਹਿ ਲਓ ਕਿ ਵਾਰਡ ਹੁੰਦੀਆਂ ਨੇ ਸ਼ਹਿਰਾਂ ਦੇ ਵਿੱਚ, ਕਹਿੰਦੇ ਕਿ 8.5 ਠੇਕਿਆਂ ਦੀ ਗਿਣਤੀ ਤਾਂ ਲਿਮਿਟਡ ਆ, ਉਨੀ ਹੀ ਹੈ, 800 850 ਹੈਗੀ ਹੈ ਠੇਕਿਆਂ ਦੀ ਗਿਣਤੀ, ਪਰ ਕਿਸੇ ਕਿਸੇ ਵਾਰਡ ਦੇ ਵਿੱਚ ਇੱਕ ਵੀ ਠੇਕਾ ਹੈ ਨਹੀਂਗਾ ਤੇ ਕਿਸੇ ਕਿਸੇ ਵਾਰਡ ਦੇ ਵਿੱਚ ਹੱਦ ਤੋਂ ਜ਼ਿਆਦਾ ਨੇ। ਤਾਂ ਕਹਿੰਦੇ ਵੀ ਉਹਨੂੰ ਵੀ ਬੈਲੈਂਸ ਕਰਾਂਗੇ ਵੀ ਸਾਰੇ ਇਲਾਕਿਆਂ ਦੇ ਵਿੱਚ ਵੀ ਸਮਾਨ ਤੌਰ ਤੇ ਜਿਹੜੇ ਨੇ ਉਹ ਸ਼ਰਾਬ ਦੀਆਂ ਦੁਕਾਨਾਂ ਹੋਣ, ਲਿਕਵਰ ਦੀਆਂ ਦੁਕਾਨਾਂ ਹੋਣ, ਕਿਸੇ 'ਚ ਵੱਧ ਘੱਟ ਨਾ ਹੋਵੇ। ਸੋ ਇਹ ਨਵੀਂ ਨੀਤੀ ਲੈ ਕੇ ਆਏ। ਨਵੀਂ ਨੀਤੀ ਚੱਲ ਰਹੀ ਸੀ, ਪਰ ਕਿਉਂਕਿ ਦਿੱਲੀ ਦੇ ਵਿੱਚ LG ਵੀ ਹੁੰਦੇ ਨੇ, ਲੈਫਟੀਨੈਂਟ ਗਵਰਨਰ ਹੁੰਦੇ ਨੇ, ਔਰ ਉੱਪਰ ਨੀਚੇ ਤੋਂ ਲੈ ਕੇ ਉੱਪਰ ਤੱਕ ਕਨਸੂਹਾਂ ਪਹੁੰਚੀਆਂ ਹੌਲੀ ਹੌਲੀ ਕਿ ਦੇਖੋ ਜੀ ਨਵੀਂ ਸ਼ਰਾਬ ਨੀਤੀ ਦੇ ਤਹਿਤ ਅਰਵਿੰਦ ਕੇਜਰੀਵਾਲ ਸਰਕਾਰ ਤਾਂ ਕਹਿੰਦੀ ਸੀ ਕਿ ਖਜ਼ਾਨੇ 'ਚ ਮਾਲੀਆ ਵੱਧ ਆਏਗਾ, ਕਹਿੰਦੇ ਵੀ ਉਹ ਤਾਂ ਨਹੀਂ ਹੋ ਰਿਹਾ। ਜਿਹੜੇ ਅਫਸਰ ਸੀਗੇ ਉਹਨਾਂ ਨੇ ਉੱਪਰ ਤੱਕ ਕਨਸੂਹਾਂ ਪਹੁੰਚਾਈਆਂ, ਔਰ ਜਿਹੜੇ ਗਵਰਨਰ ਸਾਹਿਬ ਸੀ ਉਹਨਾਂ ਨੇ ਇਨਕੁਆਰੀ ਦੀ ਜਾਂਚ ਲਈ ਮਤਲਬ ਕਹਿ ਦਿੱਤਾ ਕਿ CBI ਤੋਂ ਇਸ ਚੀਜ਼ ਦੀ ਜਾਂਚ ਹੋਵੇ। ਹੁਣ ਉਹ CBI ਤੋਂ ਜਾਂਚ ਸ਼ੁਰੂ ਹੋਈ ਤਾਂ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਆਨੰਦ ਫਾਨਨ ਦੇ ਵਿੱਚ ਇਹ ਕਿਹਾ ਕਿ ਜਿਹੜੀ ਨਵੀਂ ਸ਼ਰਾਬ ਐਕਸਾਈਜ਼ ਨੀਤੀ ਹੈ ਉਹਨੂੰ ਅਸੀਂ ਕਰਦੇ ਹਾਂ ਬੰਦ, ਤੇ ਜਿਹੜੀ ਪੁਰਾਣੀ ਪਹਿਲਾਂ ਚੱਲਦੀ ਸੀ 2020 ਦੇ ਵਿੱਚ ਉਹੀ ਚੱਲੇਗੀ ਅੱਗੇ। ਹੁਣ ਤੁਸੀਂ ਇਹ ਦੇਖੋ ਕਿ ਜਿਹੜੀ ਜਾਂਚ ਕਹਿ ਲਓ ਜਾਂ CBI ਕਹਿ ਲਓ, ਉਹ ਕਹਿ ਰਹੀ ਹੈ ਕਿ ਉਹ ਦੋਸ਼ ਇਹ ਲਾ ਰਹੀ ਹੈ ਕਿ ਲਾਇਸੈਂਸ ਜਿਹੜੇ ਵੰਡੇ ਗਏ ਪ੍ਰਾਈਵੇਟ, ਕਿਉਂਕਿ ਸਰਕਾਰੀ ਤਾਂ ਬੰਦ ਕਰਤਾ ਇਹਨਾਂ ਨੇ, ਪ੍ਰਾਈਵੇਟ ਜਿਹੜੇ ਸੀਗੇ ਲਾਇਸੈਂਸੀਆਂ ਨੂੰ ਲਾਇਸੈਂਸ ਵੰਡੇ ਗਏ। ਕਹਿੰਦੇ ਲਾਇਸੈਂਸ ਵੰਡਣ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਆਪਣੇ ਨਜ਼ਦੀਕੀ ਜਿਹੜੇ ਸੀਗੇ ਉਹਨਾਂ ਨੂੰ ਫਾਇਦਾ ਪਹੁੰਚਾਇਆ, ਜਿਹਦੇ ਕਰਕੇ ਮਾਲੀਆ ਸੀਗਾ ਜਿਹੜਾ ਉਹਦੇ 'ਚ ਨੁਕਸਾਨ ਹੋਇਆ। ਦੂਜਾ ਇਹਦੇ 'ਚ ਇੱਕ ਹੋਰ ਤਰਤੀਬ ਕੀਤੀ ਗਈ ਸੀ ਕਿ ਜਿਹੜੇ ਸਰਕਾਰੀ ਠੇਕੇ ਹੁੰਦੇ ਸੀ ਉਹ 150 ਵਰਗ ਫੁੱਟ ਦੇ ਵਿੱਚ ਹੁੰਦੇ ਸੀ ਦਿੱਲੀ ਦੇ ਵਿੱਚ, ਘੱਟ ਤੋਂ ਘੱਟ। ਇਹਨਾਂ ਨੇ ਨਵੀਂ ਐਕਸਾਈਜ਼ ਪਾਲਿਸੀ 'ਚ ਨੀਤੀ ਬਣਾਈ ਸੀ ਕਿ ਜਿਹੜੇ ਘੱਟ ਤੋਂ ਘੱਟ ਜੋ ਸ਼ਰਾਬ ਦੀ ਦੁਕਾਨ ਹੋਏਗੀ ਉਹ 500 ਵਰਗ ਫੁੱਟ ਦੇ ਵਿੱਚ ਹੋਏਗੀ। ਜ਼ਾਹਿਰ ਗੱਲ ਹੈ ਕਿ ਦਿੱਲੀ ਦੇ ਵਿੱਚ 500 ਵਰਗ ਫੁੱਟ ਜਗ੍ਹਾ ਕੋਈ ਚੰਗਾ ਬੰਦਾ ਹੀ ਖਰੀਦ ਸਕਦਾ, ਮਾੜੇ ਬੰਦੇ ਦੀ ਤਾਂ ਕੋਈ ਹੈਸੀਅਤ ਹੈ ਨਹੀਂ। ਸੋ ਇਹ ਚੀਜ਼ਾਂ ਨੂੰ ਲੈ ਕੇ ਹੁਣ CBI ਜਾਂਚ ਕਰ ਰਹੀ ਹੈ ਕਿ ਜਿਹੜੀ ਐਕਸਾਈਜ਼ ਨੀਤੀ ਬਣਾਈ ਗਈ ਸੀ ਉਸ ਦੇ ਨਾਲ ਖਜ਼ਾਨੇ ਦੇ ਵਿੱਚ ਪੈਸਾ ਤਾਂ ਨਹੀਂ ਆਇਆ ਹੈਗਾ, ਪਰ ਘਪਲੇਬਾਜ਼ੀ ਕਹਿੰਦੇ ਜ਼ਰੂਰ ਹੋਈ ਹੈਗੀ ਹੈ। ਖੈਰ ਇਹ ਜਾਂਚ ਦਾ ਵਿਸ਼ਾ ਹੈ ਵੀ ਕਿੰਨੀ ਘਪਲੇਬਾਜ਼ੀ ਹੋਈ ਹੈ ਜਾਂ ਨਹੀਂ ਹੋਈ ਹੈ। ਆਮ ਆਦਮੀ ਪਾਰਟੀ ਤਾਂ ਇਸ ਨੂੰ ਜਿਹੜਾ ਉਹ ਸਿਰੇ ਤੋਂ ਖਾਰਜ ਕਰ ਰਹੀ ਹੈ। ਪਰ ਇੱਕ ਅਹਿਮ ਸੋਚਣ ਵਾਲੀ ਗੱਲ ਇਹ ਵੀ ਹੈ ਨਵਦੀਪ ਕਿ ਅਗਰ ਸ਼ਰਾਬ ਨੀਤੀ ਬਹੁਤ ਵਧੀਆ ਸੀਗੀ, ਬਹੁਤ ਚੰਗੀ ਸੀ, ਤਾਂ ਮਨੀਸ਼ ਸਿਸੋਦੀਆ ਨੂੰ ਬੰਦ ਕਰਨ ਦੀ ਕੀ ਲੋੜ ਸੀ? ਜਾਂ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਬੰਦ ਕਰਕੇ ਜਿਹੜੀ ਪੁਰਾਣੀ ਲਾਗੂ ਕਰਨ ਦੀ ਕੀ ਲੋੜ ਸੀ? ਇਹ ਆਪਣੇ ਆਪ ਦੇ ਵਿੱਚ ਸਵਾਲ ਹੈਗੇ ਨੇ ਜਿਹੜੇ ਆਮ ਆਦਮੀ ਪਾਰਟੀ ਨੂੰ ਵੀ ਇਸ ਦਾ ਜਵਾਬ ਦੇਣਾ ਪਏਗਾ। ਔਰ CBI ਤਾਂ ਖੈਰ ਜਾਂਚ ਕਰ ਹੀ ਰਹੀ ਹੈ। ਹੁਣ ਆਮ ਆਦਮੀ ਪਾਰਟੀ ਇਹ ਕਹਿ ਰਹੀ ਹੈ ਕਿ ਸਾਡੇ ਨਾਲ ਬਦਲਾਖੋਰੀ ਦੀ ਸਿਆਸਤ ਹੋ ਰਹੀ ਹੈ, ਤੇ CBI ਕਹਿ ਰਹੀ ਹੈ ਕਿ ਜਾਂ ਕਹਿ ਲਓ ਕਿ ਮੋਦੀ ਸਰਕਾਰ ਜਿਹੜੀ ਕਹਿ ਰਹੀ ਹੈ ਕਿ ਉਹ ਜਿਹੜਾ ਹੈਗਾ ਘਪਲੇਬਾਜ਼ੀ ਹੋਈ ਹੈ ਤੇ ਉਹ ਉਸ ਦੀ ਜਾਂਚ ਕਰਨਗੇ। ਇਸ ਦੇ ਨਾਲ ਹਾਲਾਂਕਿ ਹੋਰ ਵੀ ਬੜੇ ਪਹਿਲੂ ਜੁੜ ਗਏ ਨੇ। ਹੁਣ ਸੁਖਪਾਲ ਖਹਿਰਾ ਉਹਨਾਂ ਦੀ ਗੱਲ ਵੀ ਕਰ ਲਾਂਗੇ ਕਿ ਸੁਖਪਾਲ ਖਹਿਰਾ ਉਹਨੀ ਕਹਿੰਦੇ ਕਿ ਜਿਸ ਵੇਲੇ ਮਨੀਸ਼ ਸਿਸੋਦੀਆ ਦੇ ਘਰ ਤੇ ਰੇਡ ਹੋਈ ਤਾਂ ਉਸ ਵੇਲੇ ਟਵੀਟ ਕੀਤਾ ਗਿਆ ਅਰਵਿੰਦ ਕੇਜਰੀਵਾਲ ਦੇ ਵੱਲੋਂ ਕਿ ਦੇਖੋ ਜੀ ਇੱਕ ਪਾਸੇ ਤਾਂ ਸਾਡੇ
ਜਿਹੜਾ ਐਜੂਕੇਸ਼ਨ ਮਾਡਲ ਹੈਗਾ ਉਹਦੀ ਅਮਰੀਕਾ ਤੱਕ ਚਰਚਾ ਹੋ ਰਹੀ ਹੈ। ਨਿਊਯਾਰਕ ਟਾਈਮਸ ਦੇ ਵਿੱਚ ਆਰਟੀਕਲ ਛਪ ਰਹੇ ਨੇ ਤੇ ਇੱਕ ਪਾਸੇ ਜਿਹੜੇ ਆਪਣੇ ਘਰ ਦੇ ਵਿੱਚ ਹੀ ਸਾਨੂੰ ਵਿਰੋਧੀ ਨੇ ਜਿਹੜੇ ਉਹ ਛਾਪੇਮਾਰੀ ਕਰਕੇ ਘੇਰ ਰਹੇ ਨੇ। ਸੁਖਪਾਲ ਖਹਿਰਾ ਨੇ ਵੀ ਇਹਦੇ ਉੱਪਰ ਤੰਜ਼ ਕੱਸਿਆ ਸੀ, ਉਹਦੀ ਵੀ ਗੱਲਬਾਤ ਕਰਾਂਗੇ ਜੀ। ਬਿਲਕੁਲ, ਤੇ ਕਾਲਰ ਲਗਾਤਾਰ ਸਾਡੇ ਨਾਲ ਬਣ ਰਹੇ ਨੇ, ਉਹਦੇ ਨਾਲ ਵੀ ਗੱਲਬਾਤ ਕਰਦੇ ਜਾਵਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ ਨਵਦੀਪ, ਸਤਿ ਸ੍ਰੀ ਅਕਾਲ ਜੀ। ਕਾਨੂੰ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਾਨੂੰ ਸਾਹਿਬ, ਮੈਂ ਬਲਦੇਵ ਸਿੰਘ ਬੋਲ ਰਿਹਾ ਵਾਂ ਸ਼ੀਨਾ USA ਤੋਂ ਜੀ। ਗੱਲ ਇਸ ਤਰ੍ਹਾਂ ਜੀ ਵੀ ਜਿਹੜਾ ਕੋਈ ਬੰਦਾ ਗਲਤ ਹੈਗਾ, ਪਹਿਲੀ ਗੱਲ ਤੇ ਵੀ ਸਿਆਸਤ ਜਿਹੜੀ ਹੈਗੀ ਆ ਇਹਦੇ ਵਿੱਚ ਜਿਹੜਾ ਕੋਈ ਬੰਦਾ ਬਿਲਕੁਲ ਹੀ ਇਮਾਨਦਾਰ ਮਿਲਦਾ ਆ ਸਿਆਸਤ ਵਿੱਚ, ਮੈਂ ਸਮਝਦਾ ਕਿ ਉਹਦੀ ਜਿਹੜੀ ਉਸ ਨੂੰ ਆਪਾਂ ਸੰਤ ਕਹਿ ਸਕਦੇ ਹਾਂ, ਮਹਾਂਪੁਰਸ਼ ਕਹਿ ਸਕਦੇ ਹਾਂ। ਤੇ ਸੰਤ ਮਹਾਂਪੁਰਸ਼ ਜਿਹੜੇ ਆ ਉਹ ਸਿਆਸਤ ਵਿੱਚ ਪੈਦਾ ਨਹੀਂ ਹੋ ਸਕਦੇ, ਠੀਕ ਹੈ। ਤੇ ਕਿਉਂਕਿ ਬਹੁਤ ਜਿਹੜੇ ਬੰਦੇ ਸਿਆਸਤ 'ਚ ਆਉਂਦੇ ਨੇ ਉਹ ਆਉਂਦੇ ਕਮਾਈ ਕਰਨ ਵਾਸਤੇ ਆ, ਬਹੁਤ ਘੱਟ ਲੋਕ ਨੇ ਜਿਹੜੇ ਸੇਵਾ ਕਰਨ ਵਾਸਤੇ ਆਉਂਦੇ ਆ। ਦੂਸਰੀ ਗੱਲ ਇਹ ਹੈਗੀ ਆ ਵੀ ਜਿਹੜਾ ਕੋਈ ਬੰਦਾ ਗਲਤ ਹੈਗਾ ਵਾ ਉਹਦੀ ਇਨਕੁਆਇਰੀ ਕਰਨੀ, ਜਾਂ CBI ਆ ਜਾਂ ED ਆ, ਜਿਹੜੇ ਸੈਂਟਰ ਦੇ ਥੱਲੇ 2 ਮਹਿਕਮੇ ਹੈਗੇ ਨੇ, ਇਨਕੁਆਇਰੀ ਕਰਨੀ ਤਾਂ ਮਤਲਬ ਸਮਝਦਾ ਕਿ ਗਲਤ ਬੰਦੇ ਦੀ ਮਤਲਬ ਠੀਕ ਹੀ ਆ। ਪਰ ਮੈਂ ਇੱਕ ਗੱਲ ਭਾਜਪਾ ਵਾਲਿਆਂ ਨੂੰ ਜਾਂ ਮੋਦੀ ਸਾਹਿਬ ਨੂੰ ਪੁੱਛਣੀ ਚਾਹੁੰਦਾ ਆ ਕਿ ਕਰਪਟ ਬੰਦੇ ਜਿਹੜੇ ਆ ਉਹ ਸਿਰਫ ਆਪੋਜੀਸ਼ਨ ਪਾਰਟੀਆਂ ਦੇ ਵਿੱਚ ਹੀ ਹੈਗੇ ਆ, ਭਾਜਪਾ ਦੇ ਵਿੱਚ ਕੋਈ ਬੰਦਾ ਕਰਪਟ ਨਹੀਂ ਹੈਗਾ। ਕਿਉਂਕਿ ਜਦੋਂ ਜਿਹੜੀ ਵੀ ਇਨਕੁਆਇਰੀ ਹੁੰਦੀ ਆ ਉਹ ਸਿਰਫ ਆਪੋਜੀਸ਼ਨ ਪਾਰਟੀਆਂ ਦੀ ਹੁੰਦੀ ਆ, ਨਾ ਕਿ ਭਾਜਪਾ ਦੇ ਜਿਹੜੇ ਬੰਦੇ ਨੇ। ਮੈਂ ਬਹੁਤ ਸਾਰੇ ਬੰਦੇ ਇਹੋ ਦੱਸਣਾ ਭਾਜਪਾ ਜਿਹੜੇ ਜਿਨ੍ਹਾਂ ਨੇ ਬਹੁਤ ਸਾਰੀ ਕਰਪਸ਼ਨ ਕੀਤੀ ਆ, ਕਿ ਜੇ ਉਹਨਾਂ ਦੇ ਕੋਈ ਬੰਦਾ ਲਿਖ ਕੇ ਦਵੇ ਕਿ ਉਹਦੀ ਇਨਕੁਆਇਰੀ ਕਰਾਉਣਗੇ, ਇਹ ਨਹੀਂ ਕਰਾਉਣਗੇ। ਇਸ ਕਰਕੇ ਅਸੀਂ ਨੇ ਵੀ ਠੀਕ ਹੈ, ਤੁਸੀਂ ਜਿਹੜਾ ਵੀ ਗਲਤ ਬੰਦਾ ਹੈਗਾ ਸਿਆਸਤ ਵਿੱਚ ਜਾਂ ਜਿਹੜਾ ਬੰਦਾ ਕੋਈ ਅਫਸਰ ਕਰਪਟ ਹੈਗਾ ਵਾ ਉਹਦੀ ਇਨਕੁਆਇਰੀ ਕਰੋ, ਉਹਦੀ ਕਰੋ। ਲੇਕਿਨ ਜੇ ਜਿਹੜੇ ਤੁਹਾਡੀ ਪਾਰਟੀ ਨਾਲ ਸੰਬੰਧ ਰੱਖਦੇ ਆ ਉਹਨਾਂ ਦੀ ਵੀ ਇਨਕੁਆਇਰੀ ਹੋਣੀ ਚਾਹੀਦੀ ਆ। ਇਹ ਨਹੀਂ ਕਿ ਤੁਸੀਂ ਬਦਲਾਖੋਰੀ ਵਾਸਤੇ ਵੀ ਜਿਹੜੀ ਵੀ ਮਤਲਬ ਪਾਰਟੀ ਤੁਹਾਨੂੰ ਲੱਗਦਾ ਕਿ ਆਉਣ ਵਾਲੀਆਂ ਇਲੈਕਸ਼ਨਾਂ ਵਿੱਚ ਤੁਹਾਡੀ ਪਾਰਟੀ ਤੁਹਾਡੇ ਅੱਗੇ ਆਏਗੀ, ਉਸ ਪਾਰਟੀ ਦੇ ਲੀਡਰਾਂ ਨੂੰ ਤੁਸੀਂ ਮਤਲਬ ਬਦਨਾਮ ਕਰਨ ਵਾਸਤੇ ਜਾਂ ਉਹਨਾਂ ਨੂੰ ਮਤਲਬ ਗਲਤ ਉਹਨਾਂ ਦੇ ਉੱਤੇ ਮੁਕੱਦਮੇ ਬਣਾਉਣ ਵਾਸਤੇ ਉਹਨਾਂ ਨੂੰ ਤੁਸੀਂ ਬਦਲਾਖੋਰੀ ਦੇ ਨਾਲ ਜਿਹੜੀ ਇਨਕੁਆਇਰੀ ਕਰਨੀ ਆ ਜੀ, ਬਿਲਕੁਲ ਜਿਹੜੀ ਆ ਮਾੜੀ ਗੱਲ ਆ। ਤੇ ਜੇ ਬੰਦਾ ਗਲਤ ਹੈਗਾ ਉਹਦੀ ਇਨਕੁਆਇਰੀ ਜ਼ਰੂਰ ਕਰਾਓ, ਪਰ ਬਦਲਾਖੋਰੀ ਦੇ ਨਾਲ ਨਾ ਕਰਾਓ। ਇਹ ਨਾ ਕਰਾਓ ਕਿ ਕੋਈ ਬੰਦਾ ਸਿਆਸੀ ਬੰਦਾ ਤੁਹਾਡੇ ਅੱਗੇ ਆਉਣ ਵਾਲਾ ਤੁਹਾਡੀ ਟੱਕਰ ਦੇਣ ਵਾਸਤੇ ਆ ਰਿਹਾ ਆ ਤੇ ਆਪਾਂ ਉਹਨੂੰ ਪਹਿਲਾਂ ਹੀ ਕਿਸੇ ਤਰੀਕੇ ਨਾਲ ਬਦਨਾਮ ਕਰੀਏ। ਇਹ ਗਲਤ ਭਾਵਨਾ ਜੀ। ਥੈਂਕ ਯੂ ਵੈਰੀ ਮਚ। ਬਹੁਤ ਬਹੁਤ ਧੰਨਵਾਦ ਸ਼ੀਨਾ ਸਾਹਿਬ, ਤੁਸੀਂ ਸਾਡੇ ਨਾਲ ਜੁੜੇ। ਅਗਲੀ ਕਾਲਰ ਵੀ ਸਾਡੇ ਨਾਲ ਬਣ ਕੇ ਨੇ ਜੀ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਜੀ ਬੰਦੇਰ ਸਾਹਿਬ, ਸਵਾਗਤ ਹੈ ਤੁਹਾਡਾ। ਤੇ ਗੱਲ ਇਹ ਆ ਵੀ ਇਮਾਨਦਾਰ ਦਾ ਕੀ ਪਤਾ, ਪਹਿਲਾਂ ਇਹਨਾਂ ਉਹ ਜੈਨ ਫੜੀ ਬੈਠਾ, ਉਹ ਕਿਹੜਾ ਉਹ ਵਿੱਚੋਂ ਘਰੋਂ ਨਿਕਲਿਆ, ਉਹਨੂੰ ਵੀ ਇਮਾਨਦਾਰ ਕਹੀ ਜਾਂਦੇ ਨੇ। ਬਾਕੀ ਜੇ ਪੰਜਾਬ 'ਚ ਆਪਾਂ ਕਹੀਏ, ਪੰਜਾਬ 'ਚ ਜਿੰਨੇ ਹੁਣ ਕਰਪਟ ਗਏ ਨੇ, ਕੈਪਟਨ ਲਾ ਲਓ, ਕੈਪਟਨ ਕਿਹੜਾ ਨਹੀਂ ਕਰਪਸ਼ਨ ਕੀਤੀ। ਅਕਾਲੀਆਂ 'ਚ ਕਿੰਨੇ ਗਏ ਨੇ, ਇਹਦੇ ਵਿੱਚ BJP 'ਚ ਕਾਂਗਰਸ 'ਚੋਂ ਕਿੰਨੇ ਗਏ ਨੇ, ਉਹ ਸਾਰੇ ਕਰਪਸ਼ਨ ਕਰਕੇ ਹੀ ਗਏ ਨੇ। ਉੱਥੇ ਜਾ ਕੇ ਇਮਾਨਦਾਰ ਹੋ ਗਏ ਇਹ ਹਾਂ ਸਾਰੇ ਇਹ ਘੋੜੇਬਾਜ਼ ਹੀ, ਪਰ ਉੱਥੇ ਜਾ ਕੇ ਸਾਫ਼ ਹੋ ਜਾਂਦੇ ਨੇ BJP ਜਾ ਕੇ। ਜੀ ਬਿਲਕੁਲ। ਜੇ ਆਪਾਂ ਇਹਨੂੰ ਵੀ ਇਮਾਨਦਾਰ ਇਹ ਵੀ ਨਹੀਂ ਆਉਣਾ ਇਮਾਨਦਾਰ। ਦੇਖੋ ਪਠਾਨਕੋਟ ਮਾਰੇ ਵਾਲਾ ਕੀ ਉਹਦੀ ਘਰ ਵਾਲੀ ਕਹੀ ਜਾਂਦੀ ਆ ਵੀ ਇਹਨੇ ਇੰਨੇ ਜ਼ਿਆਦਾ ਕਿੱਥੋਂ ਹੋਣ ਵਾਲੀ ਆ, ਉਹਨੂੰ ਕੱਢ ਦੇਣ ਤਾਂ ਉਹ ਸਿੰਗਲ ਐਵੇਂ ਕੱਢਦਾ ਸੀਗਾ ਪਹਿਲਾਂ ਬਿਨਾਂ ਮਤਲਬ ਤੋਂ ਹੀ। ਇਹ ਮਸ਼ਹੂਰੀ ਕਰਦੇ ਆ, ਫਿਰ ਮਗਰ ਹਟ ਜਾਂਦੇ ਆ। ਇੱਕ ਨਹੀਂ ਪ੍ਰਧਾਨ ਮੰਤਰੀ ਬਣ ਸਕਦਾ, ਇਹ ਨੋੜਿਆ ਮਜ਼ਬੂਤ ਜਿਹਾ ਕੰਮ ਕਰਨਾ ਪੈਂਦਾ, ਉਹਦਾ ਬੁਕਰ ਬਣਾਉਣਾ ਨਹੀਂ ਕਰਦਾ ਹੁੰਦਾ ਕੰਮ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਤਾਂ ਇੱਕ ਕਾਲਰ ਸੀਗੇ ਜਿਹੜੇ ਆਪਣੇ ਨਾਲ ਜੁੜੇ ਸੀ, ਬਲਦੀਪ ਜੀ, ਕੀ ਕਹਿਣਾ ਚਾਹੋਗੇ ਇਹਨਾਂ ਬਾਰੇ? ਬਿਲਕੁਲ, ਜਿਹੜੇ ਪਹਿਲਾਂ ਕਾਲਰ ਜੁੜੇ ਸੀ ਸ਼ੀਨਾ, ਆਪਾਂ ਉਹਨਾਂ ਦੀ ਗੱਲ ਦਾ ਹੀ ਜੇਕਰ ਗੱਲ ਕਰੀਏ ਤਾਂ ਸਾਫ਼ ਤੌਰ 'ਤੇ ਕਹਿ ਰਹੇ ਸੀ ਕਿ ਕਰਪਟ ਬੰਦੇ ਦੇ ਖਿਲਾਫ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ, ਬਿਲਕੁਲ ਜ਼ਰੂਰ ਹੋਣੀ ਚਾਹੀਦੀ ਹੈ। ਔਰ ਚਾਹੇ ਉਹ BJP ਦਾ ਹੀ ਹੋਵੇ। ਨਵਦੀਪ, ਇੱਕ ਗੱਲ ਸੀ ਕਿ ਜਿਹੜਾ ਕਾਂਗਰਸ ਦੇ ਜਾਂ ਤ੍ਰਿਣਮੂਲ ਕਾਂਗਰਸ ਦੇ ਜਿਹੜੇ ਬੰਗਾਲ ਦੇ ਵਿੱਚ ਮੰਤਰੀ ਹੁੰਦੇ ਸੀ, ਉਹ ਕਹਿੰਦੇ ਹੁੰਦੇ ਸੀ ਕਿ BJP ਇੱਕ ਵਾਸ਼ਿੰਗ ਮਸ਼ੀਨ ਹੈ, ਵੀ ਕੋਈ ਵੀ ਦਾਗੀ ਮੰਤਰੀ ਜਾਂਦਾ ਤੇ ਉੱਥੇ ਜਿਹੜਾ ਵਾਸ਼ਿੰਗ ਮਸ਼ੀਨ 'ਚ ਧੋ ਕੇ ਤੇ ਸਾਫ਼ ਹੋ ਜਾਂਦਾ, ਚਿੱਟੇ ਕੱਪੜੇ ਪਾ ਕੇ, ਤੇ ਫਿਰ ਉਹ ਕੋਈ ਦਾਗ ਨਹੀਂ ਰਹਿੰਦਾ ਉਹਦੇ ਉੱਪਰ। ਸ਼ੀਨਾ ਸਾਹਿਬ ਨੇ ਗੱਲ ਕੀਤੀ ਕਿ BJP ਦੇ ਵਿੱਚ ਵੀ ਅਗਰ ਕੋਈ ਦਾਗੀ ਮੰਤਰੀ ਹੈਗਾ ਜਾਂ ਕੋਈ ਕਰਪਸ਼ਨ ਕਰ ਰਿਹਾ ਹੈਗਾ ਤੇ ਉਸ ਤੇ ਵੀ ਜਿਹੜਾ ਉਹ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ। ਨਵਦੀਪ, ਜ਼ਿਆਦਾ ਦੂਰ ਕਿਉਂ ਜਾਈਏ, ਅਜੇ ਮਿਸ਼ਰਾ ਟੈਨੀ, ਤੁਹਾਨੂੰ ਲਖੀਮਪੁਰ ਖੀਰੀ ਦਾ ਉਹ ਕਾਂਡ ਯਾਦ ਹੋਏਗਾ ਕਿ ਹੁਣ ਵੀ ਕਿਸਾਨਾਂ ਨੇ 3 ਦਿਨ ਪਹਿਲਾਂ ਜਿਹੜਾ ਉਹ 3 ਦਿਨ ਦਾ ਜਿਹੜਾ ਉਹ ਉੱਥੇ ਧਰਨਾ ਲਾਇਆ ਸੀ ਲਖੀਮਪੁਰ ਖੀਰੀ ਦੇ ਵਿੱਚ, ਔਰ ਅਜੇ ਮਿਸ਼ਰਾ ਟੈਨੀ ਦੀ ਜਿਹੜੀ ਹੈ ਉਹ ਬਰਖਾਸਤਗੀ ਦੀ ਮੰਗ ਕੀਤੀ ਸੀਗੀ। ਪਰ ਤੁਸੀਂ ਤਰਾਸਦੀ ਦੇਖੋ ਕਿ ਅਜੇ ਮਿਸ਼ਰਾ ਟੈਨੀ ਹੈ ਜਿਹੜੇ ਉਹ ਦੂਜੀ ਵਾਰ ਜਿੱਤ ਕੇ ਪਹੁੰਚੇ ਨੇ, ਉੱਥੋਂ ਹੀ ਉਸੇ ਇਲਾਕੇ 'ਚੋਂ ਸੰਸਦ ਜਿੱਤ ਕੇ ਦੂਜੀ ਵਾਰ ਪਹੁੰਚੇ ਨੇ, ਔਰ ਸਰਕਾਰ ਨੇ ਉਹਨੂੰ ਹਟਾਇਆ ਨਹੀਂ ਹੈ, ਜਦੋਂ ਕਿ ਉਸਦੇ ਬੇਟੇ ਦੇ ਖਿਲਾਫ ਜਿਹੜੀ ਆ ਉਹ ਜਾਂਚ ਚੱਲ ਰਹੀ ਹੈਗੀ ਆ।
ਔਰ ਜਿਹੜਾ ਉਹ ਔਰ ਕਿਹਾ ਜਾ ਰਿਹਾ ਕਿ ਜਾਂਚ ਜਿਹੜੀ ਹੈ ਪ੍ਰਭਾਵਿਤ ਹੋ ਸਕਦੀ ਹੈ ਅਗਰ ਉਹ ਸਰਕਾਰ ਦੇ ਵਿੱਚ ਰਹਿੰਦੇ ਨੇ, ਪਰ ਸਰਕਾਰ ਨੇ ਹਾਲੇ ਤੱਕ ਉਹਨੂੰ ਹਟਾਇਆ ਨਹੀਂ। ਕੀ ਮਜਬੂਰੀਆਂ ਨੇ ਮੋਦੀ ਸਾਹਿਬ ਹੀ ਦੱਸ ਸਕਦੇ ਨੇ ਬਿਹਤਰ। ਪਰ ਦੂਜੇ ਪਾਸੇ ਇੱਕ ਹੋਰ ਗੱਲ ਵੀ ਕਰੀਏ, ਆਮ ਆਦਮੀ ਪਾਰਟੀ ਨੇ ਇੱਕ ਬੜਾ ਵਾਜਬ ਸਵਾਲ ਚੱਕਿਆ। ਇਹ ਜਿਹੜੀ ਸੀਬੀਆਈ ਰੇਡ ਹੋਈ ਹੈ ਨਾ, ਸੀਬੀਆਈ ਰੇਡ ਦੇ ਵਿੱਚ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਗੁਜਰਾਤ ਦੇ ਵਿੱਚ ਤੁਸੀਂ ਸ਼ਰਾਬ ਦੇ ਉੱਪਰ ਬੜਾ ਘਪਲਾ ਹੋ ਰਿਹਾ, ਉੱਥੇ ਤੁਸੀਂ ਕਿਉਂ ਨਹੀਂ ਫੋਕਸ ਕਰਦੇ ਹੈਗੇ? ਉੱਥੇ ਸੀਬੀਆਈ ਦੀ ਰੇਡਸ ਕਿਉਂ ਨਹੀਂ ਹੁੰਦੀਆਂ? ਉੱਥੇ ਈਡੀ ਦੀ ਰੇਡਸ ਕਿਉਂ ਨਹੀਂ ਹੁੰਦੀਆਂ ਹੈਗੀਆਂ? ਤੁਸੀਂ ਦੇਖੋ ਕਿ ਗੁਜਰਾਤ ਨੂੰ ਡਰਾਈ ਸਟੇਟ ਐਲਾਨਿਆ ਹੋਇਆ, ਉੱਥੇ ਸ਼ਰਾਬ ਵੇਚਣੀ ਜਿਹੜੀ ਹੈਗੀ ਆ ਉਹ ਤੇ ਪਾਬੰਦੀ ਹੈਗੀ ਆ। ਪਰ ਪਿਛਲੇ ਦਿਨਾਂ ਦੇ ਵਿੱਚ ਇਹੋ ਜਿਹੀਆਂ ਬਹੁਤ ਨਵਦੀਪ ਖਬਰਾਂ ਆਈਆਂ ਨੇ, ਜਿਹੜੀਆਂ ਨੇ ਮੈਂ ਵੀ ਇੱਕ ਖਬਰ ਨਸ਼ਰ ਕੀਤੀ ਸੀ ਇੱਕ ਵਾਰ ਕਿ ਉਹ ਜਿਹੜਾ ਛੋਟਾ ਟੈਂਪੂ ਹੁੰਦਾ ਟਾਟਾ ਦਾ, ਉਹਦੇ ਥੱਲੇ ਟਰੇ ਬਣਾ ਕੇ ਨਾ ਤੇ ਉਹਦੇ ਵਿੱਚ ਸ਼ਰਾਬ ਦੀ ਜਿਹੜੀ ਆ ਉਹ ਸਮਗਲਿੰਗ ਸੂਬੇ ਦੇ ਵਿੱਚ ਕੀਤੀ ਜਾ ਰਹੀ ਹੈ। ਜਿਨ੍ਹਾਂ ਨੇ ਪੀਣੀ ਹੈ ਨਵਦੀਪ ਉਹ ਨਹੀਂ ਹਟਦੇ, ਬੇਸ਼ੱਕ ਡਰਾਈ ਸਟੇਟ ਜਿਹੜਾ ਉਹ ਕੀਤਾ ਹੋਇਆ। ਪਰ ਇਹਦਾ ਨੁਕਸਾਨ ਕੀ ਹੁੰਦਾ? ਮਾਫੀਆ ਖੜਾ ਹੋ ਜਾਂਦਾ ਨਵਦੀਪ। ਮਾਫੀਆ ਕਿਸ ਤਰੀਕੇ ਨਾਲ ਖੜਾ ਹੁੰਦਾ? ਮਾਫੀਆ ਇਸੇ ਤਰੀਕੇ ਨਾਲ ਖੜਾ ਹੁੰਦਾ ਜਦੋਂ ਤੁਸੀਂ ਜਾਇਜ਼ ਉਹਦੀ ਵਿਕਰੀ ਨੂੰ ਬੰਦ ਕਰ ਦਿੰਦੇ ਹੋ ਤੇ ਦੂਜੇ ਪਾਸੇ ਉਹਦੀ ਬਲੈਕ ਹੋਣ ਲੱਗ ਜਾਂਦੀ ਹੈ, ਤਾਂ ਉਹ ਇੱਕ ਪੈਰਲਲ ਮਾਫੀਆ ਖੜਾ ਹੋ ਜਾਂਦਾ ਹੈ ਤੇ ਉਹ ਫਿਰ ਕਿਤੇ ਨਾ ਕਿਤੇ ਸਰਕਾਰੀ ਖਜ਼ਾਨੇ ਨੂੰ ਚੂਨਾ ਲੱਗਦਾ ਹੈਗਾ, ਆਮ ਲੋਕਾਂ ਨੂੰ ਉਹ ਤੇ ਕਿਤੇ ਨਾ ਕਿਤੇ ਨੁਕਸਾਨ ਹੁੰਦਾ ਹੈਗਾ। ਜਦੋਂ ਖਜ਼ਾਨੇ ਦਾ ਨੁਕਸਾਨ ਹੁੰਦਾ ਸਿੱਧੇ ਤੌਰ ਤੇ ਆਮ ਲੋਕਾਂ ਦਾ ਨੁਕਸਾਨ ਹੁੰਦਾ ਹੈ। ਸੋ ਇਸ ਦੇ ਉੱਪਰ ਵੀ ਫੋਕਸ ਕਰਨ ਦੀ ਲੋੜ ਹੈ। ਪਰ ਹਾਲ ਦੀ ਘੜੀ ਤੱਕ ਨਵਦੀਪ ਆਪਾਂ ਇਹੀ ਦੇਖਿਆ ਕਿ ਬੀਜੇਪੀ ਜਿਹੜਾ ਉਹ ਟਾਰਗੇਟ ਜ਼ਰੂਰ ਕਰਦੀ ਹੈਗੀ ਹੈ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ। ਜੀ ਬਿਲਕੁਲ, ਤੇ ਕਾਲਰ ਵੀ ਸਾਡੇ ਨਾਲ ਜੁੜ ਕੇ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ ਗੁप्ता जी। मेरा कहना ये है कि हद होगी। कई पार्टियों को ईडी सीबीआई की रेड करा मोदी कि रावण का गवर्नमेंट भी टूटा था, इसका गवर्नमेंट टूटेगा। ये वकील है औरंगजेब, मैं बीजेपी रहे सिर्फ और पार्टी रहे जी। दिस इज रॉन्ग, this is democracy. This is no. Already something will go to Kejriwal, not Modi. Next election में इसका समझ नहीं मिलेगी। सब लोगों को पता लग गया कि ये दुरुपयोग कर रहा है सीबीआई और ईडी का जी। इससे लोगों को संपत्ति केजरीवाल में जाएगी, ना कि मोदी ਨੂੰ। ये व्यक्ति जैसे रावण औरंगजेब जी, जी बहुत बहुत धन्यवाद गुप्ता जी, ਤੁਸੀਂ ਸਾਡੇ ਨਾਲ ਜੁੜੇ ਆਪਣਾ ਪੱਖ ਰੱਖਿਆ। ਕਹਿੰਦੇ ਨੇ ਕਿ ਜਿਹੜਾ ਕੰਮ ਪ੍ਰੋਪਰ ਤਰੀਕੇ ਦੇ ਨਾਲ ਨੇਪਰੇ ਚਾੜਿਆ ਜਾ ਸਕਦਾ ਹੋਵੇ ਉਸ ਨੂੰ ਹੀ ਹੱਥ ਪਾਇਆ ਜਾਣਾ ਚਾਹੀਦਾ ਹੈ। ਪਰ ਕਈ ਵਾਰੀ ਇਹ ਹੁੰਦਾ ਵੀ ਜਦੋਂ ਸਰਕਾਰ ਨਵੀਂ ਬਣਦੀ ਹੈ ਤਾਂ ਨਵੇਂ ਐਕਸਪੈਰੀਮੈਂਟ ਸ਼ੁਰੂ ਹੋ ਜਾਂਦੇ ਨੇ, ਪਰ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਉੱਥੇ ਵੀ ਉਹ ਕਾਬਜ਼ ਰਹਿੰਦੀਆਂ ਨੇ ਤੇ ਪ੍ਰੋਪਰ ਤਰੀਕੇ ਦੇ ਨਾਲ ਜਦੋਂ ਕੋਈ ਕਾਬਜ਼ ਨਾ ਹੋ ਪਾਵੇ, ਕਿਉਂਕਿ ਪਤਾ ਹੈ ਕਿ ਬੇਸ਼ੱਕ ਦਿੱਲੀ ਦੇ ਵਿੱਚ ਕੇਜਰੀਵਾਲ ਸਰਕਾਰ ਹੈ ਪਰ ਫਿਰ ਵੀ ਉਹਨਾਂ ਦੇ ਆਕਾ ਨੇ ਜਿਹੜੇ ਉਹ ਕੇਂਦਰ ਸਰਕਾਰ ਉੱਥੇ ਬਣੀ ਹੋਈ ਆ, ਤਾਂ ਜੋ ਕੁਝ ਵੀ ਹੈ ਉਹਨਾਂ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਹੁੰਦਾ, ਤਾਂ ਉੱਥੇ ਬਹੁਤ ਸਾਰੀਆਂ ਦਿੱਕਤਾਂ ਨੇ ਜਿਹੜੀਆਂ ਆਉਂਦੀਆਂ ਨੇ। ਕਿਉਂਕਿ ਕੇਜਰੀਵਾਲ ਅਕਸਰ ਪ੍ਰੋਗਰਾਮਾਂ ਦੇ ਵਿੱਚ ਇਹ ਅਨਾਉਂਸ ਕਰਦੇ ਹੋਏ ਨਜ਼ਰ ਆਏ ਕਿ ਮੈਂ ਇਹ ਕੰਮ ਕਰਨਾ ਤਾਂ ਚਾਹੁੰਦਾ ਪਰ ਕੇਂਦਰ ਸਰਕਾਰ ਮੈਨੂੰ ਇਹ ਕੰਮ ਨਹੀਂ ਕਰਨ ਦਿੰਦੀ। ਬੇਸ਼ੱਕ ਆਪਾਂ ਉਹ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਗੱਲ ਕਰ ਲਈਏ, ਬੇਸ਼ੱਕ ਆਪਾਂ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਲਈਏ, ਬੇਸ਼ੱਕ ਆਪਾਂ ਜਿਵੇਂ ਹੁਣ ਕਿਸਾਨੀ ਧਰਨਾ 1 ਸਾਲ ਕਿਸ ਤਰੀਕੇ ਦੇ ਨਾਲ ਚੱਲਿਆ, ਕੀ ਉੱਥੇ ਹਾਲਾਤ ਹੋਏ, ਉਦੋਂ ਵੀ ਅਕਸਰ ਇਹਨਾਂ ਦੇ ਵਿਚਕਾਰ ਆਪਸ ਦੇ ਵਿੱਚ ਤੂ ਤੜਾਕ ਵਾਲੀ ਜਿਹੜੀ ਗੱਲਬਾਤ ਆ ਉਹ ਹੁੰਦੀ ਹੋਈ ਨਜ਼ਰ ਆਈ ਸੀ। ਖੈਰ ਰਾਜਨੀਤੀ ਆ ਉਹ ਇਸ ਤਰੀਕੇ ਦੇ ਨਾਲ ਚੱਲਣੀ ਰਹਿਣੀ ਹੈ, ਪਰ ਸਾਡਾ ਮਕਸਦ ਇਹ ਹੁੰਦਾ ਕਿ ਹਰ ਮੁੱਦੇ ਨੂੰ ਚੱਕਿਆ ਜਾਵੇ। ਸਾਡਾ ਮਕਸਦ ਇਹ ਹੁੰਦਾ ਕਿ ਲੋਕਾਂ ਦੇ ਹਿੱਤ ਦੀ ਗੱਲ ਕੀਤੀ ਜਾਵੇ। ਪਰ ਬਲਦੀਪ ਜੀ ਉੱਥੇ ਇੱਕ ਗੱਲ ਹੋਰ ਆਉਂਦੀ ਹੈ ਕਿ ਇੱਕ ਪਾਸੇ ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ ਆਪਣੇ ਦੇਸ਼ ਨੂੰ, ਅਸੀਂ ਆਪਣੇ ਰਾਜ ਨੂੰ ਨਸ਼ਾ ਮੁਕਤ ਬਣਾਉਣਾ ਹੈ, ਤਾਂ ਦੂਜੇ ਪਾਸੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਸਰਕਾਰੀ ਠੇਕਿਆਂ ਤੋਂ ਮੁਨਾਫਾ ਨਹੀਂ ਹੁੰਦਾ ਜੀ, ਤਾਂ ਆਪਾਂ ਪ੍ਰਾਈਵੇਟ ਕਰ ਲਓ, ਹੋਰ ਇਹਨਾਂ ਦੇ ਵਿੱਚ ਜ਼ਿਆਦਾ ਵਾਧਾ ਕਰ ਲਓ। ਤਾਂ ਕਿੰਨੀਆਂ ਸਾਰੀਆਂ ਔਰਤਾਂ ਦੀ ਚੀਕ ਚਿਹਾਟ ਆਪਾਂ ਸੁਣਦੇ ਆ, ਕਿਸ ਤਰੀਕੇ ਦੇ ਨਾਲ ਜ਼ਹਿਰੀਲੀ ਸ਼ਰਾਬ ਹੈ ਜਿਹੜੀ ਉਹ ਸਪਲਾਈ ਕੀਤੀ ਜਾਂਦੀ ਹੈ, ਕਿਸ ਤਰੀਕੇ ਦੇ ਨਾਲ ਲੋਕਾਂ ਦੀ ਮੌਤ ਹੁੰਦੀ ਹੈ। ਕਰੋਨਾ ਕਾਲ ਦੇ ਵਿੱਚ ਹੀ ਆਪਾਂ ਦੇਖ ਲਈਏ ਕਿ ਪੰਜਾਬ ਦੇ ਵਿੱਚ ਵੀ ਅਜਿਹੇ ਕਈ ਮੁੱਦੇ ਨੇ ਜਿਹੜੇ ਨਿਕਲ ਕੇ ਸਾਹਮਣੇ ਆਏ ਨੇ। ਤਾਂ ਉੱਥੇ ਆਪਾਂ ਕਹਿੰਦੇ ਆ ਵੀ ਸਰਕਾਰਾਂ ਨੂੰ ਤੇ ਸ਼ਿਕੰਜਾ ਜਿਹੜਾ ਉਹ ਕੱਸਣਾ ਚਾਹੀਦਾ ਹੈ ਹਨਾ, ਪਰ ਜਦੋਂ ਸਰਕਾਰਾਂ ਦੀ ਹੀ ਆਪਸ ਦੇ ਵਿੱਚ ਮਿਲੀ ਭੁਗਤ ਹੁੰਦੀ ਹੈ ਤਾਂ ਫਿਰ ਦੋਸ਼ ਕਿਹਨੂੰ ਦੇਈਏ? ਦੇਖੋ ਨਵਦੀਪ, ਜਿਹੜੀ ਨਸ਼ੇ ਦੀ ਤੁਸੀਂ ਗੱਲ ਕੀਤੀ ਕਿ ਨਸ਼ਾ ਇੱਕ ਪਾਸੇ ਖਤਮ ਕਰਨ ਦੀਆਂ ਗੱਲਾਂ ਹੁੰਦੀਆਂ ਨੇ, ਦੂਜੇ ਪਾਸੇ ਜਿਹੜਾ ਉਹ ਸਰਕਾਰਾਂ ਨੇ
ਉਹ ਵੱਖ-ਵੱਖ ਇਹੋ ਜਿਹੀਆਂ ਪਾਲਿਸੀਆਂ ਬਣਾਉਂਦੀਆਂ ਨੇ ਕਿ ਸਰਕਾਰੀ ਠੇਕੇ ਖਤਮ ਕਰਕੇ ਪ੍ਰਾਈਵੇਟ ਠੇਕੇ ਕੀਤੇ ਜਾਣ। ਤੁਸੀਂ ਮੈਂ ਉਹ ਪਹਿਲਾਂ ਵੀ ਜ਼ਿਕਰ ਕੀਤਾ ਕਿ ਉਮਰ ਘਟਾਈ ਗਈ ਬਕਾਇਦਾ ਤੌਰ ਤੇ, ਕਿ ਪਹਿਲਾਂ ਜਿਹੜੀ ਕਾਨੂੰਨਨ ਉਮਰ ਸੀਗੀ ਦਿੱਲੀ ਦੇ ਵਿੱਚ ਉਹ 25 ਸਾਲ ਸੀ ਸ਼ਰਾਬ ਪੀਣ ਦੀ, ਹੁਣ ਉਹਨੂੰ ਘਟਾ ਕੇ 21 ਸਾਲ ਕਰਤਾ ਸੀ ਜਿਹੜੀ ਨਵੀਂ ਨੀਤੀ ਲਾਗੂ ਕੀਤੀ ਸੀ। ਇੱਕ ਬੜਾ ਹੋਰ ਦਿਲਚਸਪ ਚੀਜ਼ ਇਹ ਸੀ ਕਿ ਕਿਉਂਕਿ ਕਰੋਨਾ ਕਾਲ ਸੀ ਉਸ ਵੇਲੇ, ਤਾਂ ਸਰਕਾਰ ਨੇ ਉਹਦੇ ਵਿੱਚ ਇੱਕ ਤਰਤੀਬ ਇਹ ਕੀਤੀ ਕਿ ਸ਼ਰਾਬ ਦੀ ਹੋਮ ਡਿਲੀਵਰੀ ਕਰਾਂਗੇ। ਤੁਸੀਂ ਦੇਖੋ, ਇੱਕ ਪਾਸੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਪਰ ਪ੍ਰਚਾਰ ਕੀਤਾ ਗਿਆ ਨਸ਼ੇ ਖਤਮ ਕਰਾਂਗੇ, ਦਿੱਲੀ ਦੇ ਵਿੱਚ ਜਿਹੜੀ ਐਕਸਾਈਜ਼ ਨੀਤੀ ਬਣਾਈ ਗਈ ਸ਼ਰਾਬ ਨੂੰ ਲੈ ਕੇ ਉਹਦੇ 'ਚ ਕਿਹਾ ਕਿ ਅਸੀਂ ਹੋਮ ਡਿਲੀਵਰੀ ਕਰਾਂਗੇ ਕਿਉਂਕਿ ਜਿਹੜਾ ਹੈਗਾ ਉਹ ਮਾਫੀਆ ਖਤਮ ਹੋਵੇ, ਸ਼ਰਾਬ ਮਾਫੀਆ। ਕਿਉਂਕਿ ਕਰੋਨਾ ਦੇ ਦੌਰਾਨ ਜਿਹੜਾ ਉਹ ਸ਼ਰਾਬ ਮਾਫੀਆ ਪਨਪਣ ਦੇ ਅਸਾਰ ਸਰਕਾਰ ਨੂੰ ਜਿਹੜੇ ਲੱਗੇ ਸੀਗੇ ਉਸ ਨੂੰ ਖਤਮ ਕਰਨ ਦੇ। ਸੋ ਦੋਹਰੀਆਂ ਨੀਤੀਆਂ ਨਵਦੀਪ ਜ਼ਰੂਰ ਦੇਖਣ ਨੂੰ ਮਿਲਦੀਆਂ ਨੇ। ਔਰ CBI ਜੋ ਇਲਜ਼ਾਮ ਲਗਾ ਰਹੀ ਹੈ, CBI ਦੇ ਇਲਜ਼ਾਮਾਂ ਦੇ ਵਿੱਚ ਇਹ ਵੀ ਹੈ, ਕਹਿੰਦੇ ਕਿ ਜਿਹੜੇ ਲਾਇਸੈਂਸ ਜਾਰੀ ਹੋਏ ਜਾਂ ਉਸ ਤੋਂ ਬਾਅਦ ਆਪਣੇ ਚਹੇਤਿਆਂ ਨੂੰ ਜਿਹੜਾ ਉਹ ਫਾਇਦਾ ਪਹੁੰਚਾਇਆ ਗਿਆ, ਜਿਹੜੀ ਲਾਇਸੈਂਸ ਦੀ ਫੀਸ ਹੈਗੀ ਹੈ ਉਹ ਮਾਫ ਕੀਤੀ ਗਈ। ਉਹ ਕਹਿੰਦੇ 140 ਕਰੋੜ ਰੁਪਇਆ ਬਣਦਾ ਹੈ। ਉਹ 140 ਕਰੋੜ ਰੁਪਇਆ ਜਿਹੜੀ CBI ਕਹਿੰਦੀ ਹੈ ਕਿ ਉਹ ਸਾਨੂੰ ਇਹ ਹੈ ਕਿ ਪੰਜਾਬ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਖਰਚਿਆ ਹੈਗਾ। ਇਸ ਚੀਜ਼ ਦੀ ਜਾਂਚ ਵੀ ਕਹਿੰਦੇ ਜਿਹੜੀ ਹੈ ਉਹ ਕਰਾਂਗੇ। ਸੋ ਕੁੱਲ ਮਿਲਾ ਕੇ 14 ਘੰਟੇ ਦੇ ਲਗਭਗ ਜਿਹੜਾ ਉਹ ਮਨੀਸ਼ ਸਿਸੋਦੀਆ ਉਹਨਾਂ ਦੇ ਘਰੇ ਰੇਡ ਹੁੰਦੀ ਹੈ। ਕੁੱਲ 31 ਠਿਕਾਣਿਆਂ ਤੇ ਰੇਡ ਹੁੰਦੀ ਹੈ। ਮਨੀਸ਼ ਸਿਸੋਦੀਆ ਦੇ ਘਰ ਦੇ ਸਣੇ 31 ਠਿਕਾਣਿਆਂ ਤੇ ਰੇਡ ਹੁੰਦੀ ਹੈ। ਵੱਖ-ਵੱਖ ਥਾਵਾਂ ਦੇ ਉੱਪਰ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ, ਯੂਨੀਅਨ ਟੈਰੀਟਰੀ ਦੇ ਵਿੱਚ 31 ਥਾਵਾਂ ਤੇ ਰੇਡ ਹੁੰਦੀ ਹੈ। ਮਨੀਸ਼ ਸਿਸੋਦੀਆ ਦੇ ਘਰੇ ਜਿਹੜੀ ਆ ਉਹ 14 ਘੰਟੇ ਰੇਡ ਚੱਲਦੀ ਹੈ। ਕੁਝ ਡਾਕੂਮੈਂਟਸ ਬਰਾਮਦ ਕੀਤੇ ਜਾਂਦੇ ਨੇ ਤੇ ਫਾਈਨਲ ਤੌਰ ਤੇ ਆਪਾਂ ਕਹੀਏ ਤਾਂ CBI ਨੇ ਮਨੀਸ਼ ਸਿਸੋਦੀਆ ਦੇ ਉੱਪਰ ਹੁਣ ਪਰਚਾ ਜ਼ਰੂਰ ਦਰਜ ਕਰ ਦਿੱਤਾ ਹੈ। ਅਗਲੀ ਕਾਰਵਾਈ ਕੀ ਹੋਏਗੀ ਉਹ ਦੇਖਣੀ ਜ਼ਰੂਰ ਬਣਦੀ ਹੈ। ਪਰ ਸੁਖਪਾਲ ਖਹਿਰਾ ਵਿਰੋਧੀ ਧਿਰ ਦੇ ਵਿੱਚ ਨੇ, ਹੁਣ ਉਹਨਾਂ ਨੇ ਤੰਜ਼ ਜ਼ਰੂਰ ਕੱਸਿਆ। ਕਹਿੰਦੇ ਜਿਸ ਵੇਲੇ ਰੇਡ ਚੱਲ ਰਹੀ ਸੀ ਤਾਂ ਜਿਹੜੇ ਅਰਵਿੰਦ ਕੇਜਰੀਵਾਲ ਆ ਉਹ ਟਵੀਟ ਕਰਦੇ ਨੇ ਤੇ ਕਹਿੰਦੇ ਨੇ ਕਿ ਦੇਖੋ ਜੀ ਸਾਡੇ ਜਿਹੜੇ ਮੰਤਰੀ ਸੀਗੇ, ਸਿੱਖਿਆ ਮੰਤਰੀ ਸੀਗੇ, ਉਹਨਾਂ ਨੇ ਕਿੰਨੇ ਵਧੀਆ ਸਕੂਲ ਬਣਾਤੇ। ਨਿਊਯਾਰਕ ਟਾਈਮਸ ਦੇ ਵਿੱਚ ਸਾਡਾ ਜਿਹੜਾ ਉਹ ਆਰਟੀਕਲ ਛਪਿਆ ਹੋਇਆ ਹੈਗਾ। ਤੇ ਦੂਜੇ ਪਾਸੇ ਕਹਿੰਦੇ ਕਿ ਜਿਹੜਾ ਵੀ ਸਰਕਾਰ ਸਾਨੂੰ ਐਵੇਂ ਖਾਮ-ਖਾ ਝੂਠੇ ਕੇਸਾਂ ਦੇ ਵਿੱਚ ਫਸਾਉਣ ਲੱਗੀ ਹੋਈ ਹੈ। ਸੁਖਪਾਲ ਖਹਿਰਾ ਨੇ ਟਵੀਟ ਕੀਤਾ ਤੇ ਕਿਹਾ, ਕਹਿੰਦੇ ਵੀ ਇਹ ਆਰਟੀਕਲ ਜਿਹੜਾ ਉਹ ਝੂਠਾ ਹੈਗਾ। ਫਿਰ ਉਸ ਤੋਂ ਬਾਅਦ ਨਿਊਯਾਰਕ ਟਾਈਮਸ ਦਾ ਇਹਦੇ ਉੱਪਰ ਸਪਸ਼ਟੀਕਰਨ ਆਇਆ ਕਿ ਨਹੀਂ, ਇਹ ਆਰਟੀਕਲ ਝੂਠਾ ਨਹੀਂ ਹੈਗਾ, ਇਹ ਆਰਟੀਕਲ ਜਿਹੜਾ ਹੈ ਉਹ ਸਾਡਾ ਅੰਤਰਰਾਸ਼ਟਰੀ ਐਡੀਸ਼ਨ ਦੇ ਵਿੱਚ ਛਪਿਆ ਹੈਗਾ। ਦਰਅਸਲ ਗੱਲ ਇਹ ਹੈ ਕਿ ਨਿਊਯਾਰਕ ਜਿਹੜੇ ਸਾਡੇ ਵਿਦੇਸ਼ 'ਚ ਦਰਸ਼ਕ ਬੈਠੇ ਉਹਨਾਂ ਨੂੰ ਪਤਾ ਹੋਏਗਾ ਕਿ ਨਿਊਯਾਰਕ ਜਿਹੜਾ ਟਾਈਮਸ ਹੈਗਾ ਉਹਦੇ 3 ਐਡੀਸ਼ਨ ਛਪਦੇ ਨੇ। ਇੱਕ ਨਿਊਯਾਰਕ ਐਡੀਸ਼ਨ ਛਪਦਾ ਹੈਗਾ, ਇੱਕ ਨੈਸ਼ਨਲ ਐਡੀਸ਼ਨ ਛਪਦਾ ਤੇ ਇੱਕ ਇੰਟਰਨੈਸ਼ਨਲ ਐਡੀਸ਼ਨ ਛਪਦਾ। ਜਿਹੜੀ ਸਿਸੋਦੀਆ ਉਹਨਾਂ ਦੀ ਬਿਹਤਰ ਸਕੂਲ ਵਾਲੀ ਜਿਹੜੀ ਆਰਟੀਕਲ ਸੀਗਾ ਉਹ ਇੰਟਰਨੈਸ਼ਨਲ ਐਡੀਸ਼ਨ ਦੇ ਵਿੱਚ ਛਪਿਆ ਸੀਗਾ। ਤੇ ਖੈਰ ਸੁਖਪਾਲ ਖਹਿਰਾ ਉਹਨਾਂ ਨੇ ਬਾਅਦ 'ਚ ਫਿਰ ਵੀ ਇੱਕ ਤੰਜ਼ ਜ਼ਰੂਰ ਕੱਸਿਆ ਆਮ ਆਦਮੀ ਪਾਰਟੀ ਦੇ ਉੱਪਰ। ਖੈਰ ਵਿਰੋਧੀ ਧਿਰ ਦੇ ਵਿੱਚ ਨੇ ਜੀ, ਬਿਲਕੁਲ। ਤੇ ਕਾਲਰ ਵੀ ਲਗਾਤਾਰ ਸਾਡੇ ਨਾਲ ਬਣ ਰਹੇ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਜਾਵਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡੀ ਬਹੁਤ ਤੁਹਾਡਾ ਧੰਨਵਾਦ। ਬਹੁਤ ਵਧੀਆ ਤੁਸੀਂ ਪ੍ਰੋਗਰਾਮ ਚਲਾ ਰਹੇ ਹੋ। ਮੈਂ ਕਾਫੀ ਦੇਰ ਦਾ ਸੁਣਦਾ ਪਿਆ ਸੀ ਜੀ, ਸ਼ੁਕਰੀਆ। ਤੇ ਮਤਲਬ ਧੰਨਵਾਦ ਦੇ ਨਾਲ ਨਾਲ ਇੱਕ ਕੁਐਸਚਨ ਵੀ ਹੈ ਮੇਰਾ ਕਿ ਜਿਹੜੀ ਇਹਦੀ ਤੁਹਾਡੀ ਦਿਖਾ ਰਿਹਾ ਨਾ ਫੇਸਬੁੱਕ ਦੇ ਉੱਤੇ ਗਲੋਬਲ TV ਵਾਲਾ, ਉਹ ਦਿਖਾ ਰਿਹਾ, ਉਹਨੇ ਟਾਈਟਲ ਇਹ ਲਿਖਿਆ ਤੁਹਾਡੇ ਇਸ ਪ੍ਰੋਗਰਾਮ ਦੇ ਬਾਹਰ ਕਿ ਸਿੱਖਾਂ ਦੇ ਉੱਤੇ ਫਿਰ ਕਾਂਗਰਸ ਨਿਸ਼ਾਨਾ ਸਾਧਣ ਲੱਗੀ। ਤੇ ਮੈਂ ਇਹ ਪੁੱਛਣਾ ਸੀ ਵੀ ਕੋਈ ਵਿਸ਼ੇਸ਼ ਗੱਲਬਾਤ ਹੋਈ ਹੈ ਕਿ ਜਾਂ ਇਨ ਜਨਰਲੀ ਉਹ ਲਿਖਿਆ ਹੋਇਆ ਤੁਸੀਂ? ਜੀ ਜੀ ਜੀ, ਜ਼ਰੂਰ ਜ਼ਰੂਰ ਜੀ। ਇਸ ਦੇ ਨਾਲ ਰਿਲੇਟਡ ਜਿਹੜੀ ਖਬਰ ਹੈ ਉਹ ਵੀ ਆਪਾਂ ਅੱਗੇ ਹੀ ਲੈਣ ਵਾਲੇ ਆ। ਉਸ ਤੋਂ ਪਹਿਲਾਂ ਹੀ ਆਪਾਂ ਤੁਹਾਡੀ ਕਾਲ ਲੈ ਰਹੀ ਹੈ। ਤੇ ਹੁਣ ਕੀ ਤੁਸੀਂ ਸ਼ਰਾਬ ਨੀਤੀ ਤੇ ਕੋਈ ਸਵਾਲ ਕਰਨਾ ਚਾਹੋਗੇ ਜਾਂ ਫਿਰ? ਹਾਂ, ਬਿਲਕੁਲ 100% ਕਰਨਾ ਜੀ, ਕਿਉਂ ਨਹੀਂ ਕਰਨਾ। ਜੀ ਵੇਖੋ, ਗੱਲ ਇਹ ਆ ਵੀ ਇਹ ਜਿਹੜੀ CBI ਦੀ ਰੇਡ ਹੈ ਇਹ ਵੀ ਵਾਜਬ ਹੈ, ਜੋ ਉਹਨਾਂ ਨੇ ਕੀਤਾ ਉਹ ਵੀ ਵਾਜਬ ਹੈ। ਗੱਲ ਇਹ ਵੀ ਅੱਗੋਂ ਆ ਕੇ ਕੀ ਨਿਕਲਦਾ, ਗੱਲ ਉਹਦੇ ਤੇ ਪਤਾ ਲੱਗਣੀ ਹੈ ਵੀ ਇਹ ਵਾਜਬ ਰਿਹਾ ਕਿ ਨਵਾਜਬ ਰਿਹਾ। ਮੇਨ ਟੂ ਸੇ ਵੀ ਬਹੁਤ ਸਾਰੇ ਕੰਮ ਐਸੇ ਆ, ਜਿਵੇਂ ਉਹ ਸਤਿੰਦਰ ਜੈਨ ਇਹਨਾਂ ਦਾ ਇੱਕ ਫੜਿਆ ਜੀ, ਉਹਨੂੰ ਨਾ ਤੇ ਨਾ ਪਾਰਟੀ ਚੋਂ ਕੱਢਿਆ, ਨਾ ਉਹਦੇ ਤੇ ਕੋਈ ਐਕਸ਼ਨ ਲਿਆ। ਪੰਜਾਬ ਦੇ ਵਿੱਚ ਇੱਕ ਵਿਜੇ ਸਿੰਗਲਾ ਫੜਿਆ, ਉਹਦੇ ਤੇ 1% ਦਾ ਉਹ ਦੋਸ਼ ਲਾਇਆ, ਮੁੜ ਕੇ ਉਹਦੀ ਜ਼ਮਾਨਤ ਵੀ ਹੋ ਗਈ ਆ, ਉਹ ਪਾਰਟੀ ਜਿਵੇਂ ਐਕਸਪੈਲ ਨਹੀਂ ਕੀਤਾ। ਇਹਦਾ ਮਤਲਬ ਵੀ ਕਿਤੇ ਨਾ ਕਿਤੇ ਰਲੀ ਮਿਲੀ ਗੇਮ ਚੱਲਦੀ ਆ।
ਇਹ ਭਾਜਪਾ ਤੇ ਉਹ ਅੰਦਰੋਂ ਇੱਕੋ ਹੀ ਨੇ। ਸਿਰਫ ਭਾਜਪਾ ਨੂੰ ਡਰ ਹੈ ਵੀ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਸਾਡੇ ਕੋਲੋਂ ਖਿਸਕ ਨਾ ਜਾਏ ਸਾਡੇ ਹੱਥੋਂ, ਤੇ ਉਹ ਉੱਥੇ ਆਪਣੀ ਐਂਟੀ ਇਨਕੰਬੈਂਸੀ ਵੋਟ ਹੈ ਜਿਹੜੀ ਉਹਨੂੰ ਸਾਂਭਣ ਵਾਸਤੇ ਇਹ ਜਿਹੇ ਡਰਾਮੇ ਕਰ ਰਹੇ ਆ, ਮੈਨੂੰ ਤੇ ਇਹ ਲੱਗਦਾ। ਦੂਜੀ ਗੱਲ ਇੱਕ ਹੋਰ ਸਭ ਤੋਂ ਅਹਿਮ ਵੀ ਜਿਵੇਂ ਇਹ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਇਹਨਾਂ ਨੇ ਠੇਕੇ ਖੋਲ ਕੇ ਮਤਲਬ ਸਤਿਆਨਾਸ਼ ਕਰ ਦਿੱਤਾ ਪੰਜਾਬ ਦਾ ਜੀ। ਔਰ ਉਹ ਜਿਵੇਂ ਕੋਈ ਚੀਜ਼ ਹੁੰਦੀ ਆ ਨਾ ਜੀ, ਮਤਲਬ ਆਪਾਂ ਕਹਿੰਦੇ ਆ ਵੀ ਊੜਾ ਜਿਹੜਾ ਵਾ ਇਹਦੇ ਨਾਲ ਪੰਜਾਬੀ ਦੀ ਵਰਣਮਾਲਾ ਸ਼ੁਰੂ ਹੋ ਜਾਂਦੀ ਆ, ਕਾਂ ਖਾਂ ਨਾਲ ਹਿੰਦੀ ਦੀ, ABC ਨਾਲ ਅੰਗਰੇਜ਼ੀ ਦੀ ਤੇ ਅਲਫ ਬੇ ਨਾਲ ਉਰਦੂ ਦੀ। ਇਹ ਫਿਰ ਇਸ ਤੋਂ ਬਾਅਦ ਮੁਹਾਰਨੀ ਤੋਂ ਬਾਅਦ ਤੁਹਾਡਾ ਕੀ ਨਾਂ ਹੈ ਸਕੂਲ ਬਣ ਜਾਂਦਾ, ਸਕੂਲ ਤੋਂ ਬਾਅਦ ਕਾਲਜ ਤੇ ਕਾਲਜ ਤੋਂ ਬਾਅਦ ਯੂਨੀਵਰਸਿਟੀ। ਇਸੇ ਤਰ੍ਹਾਂ ਜਿਹੜੀ ਨਸ਼ਿਆਂ ਦੀ ਯੂਨੀਵਰਸਿਟੀ ਚੱਲਦੀ ਹੈ ਨਾ, ਨਸ਼ਿਆਂ ਦੀ ਯੂਨੀਵਰਸਿਟੀ ਦੀ ABC ਜਿਹੜੀ ਆ ਸ਼ਰਾਬ ਹੈ, ਹਨਾ। ਪਹਿਲਾਂ ਬੱਚੇ ਨੂੰ ਉਂਗਲ ਡੋਬ ਕੇ ਦਿੰਦੇ ਆ, ਫਿਰ ਉਹਨੂੰ ਬੀਅਰ ਦਿੰਦੇ ਆ, ਬੀਅਰ ਤੋਂ ਬਾਅਦ ਫਿਰ ਉਹ ਪੈਗ ਪੀਂਦਾ, ਪੈਗ ਤੋਂ ਬਾਅਦ ਫਿਰ ਉਹ ਨੀਟ ਪੈਗ ਪੀਂਦਾ, ਫਿਰ ਉਹ ਸ਼ਰਾਬੀ ਧੁੱਤ ਸ਼ਰਾਬੀ ਭਿਅੰਕਰ ਸ਼ਰਾਬੀ ਬਣਦਾ। ਸਰਕਾਰ ਕਹਿੰਦੀ ਆ ਵੀ ਇਹ ਸਾਡੀ ਇਹ ਕਮਾਈ ਦਾ ਮੁੱਖ ਸਾਧਨ ਹੈ, ਵੀ ਇਹ ਜਿਹੜੀ ਚੀਜ਼ ਨੇ ਮੁੜ ਕੇ ਬੰਦੇ ਮਾਰਨੇ ਆ ਉਹ ਜੀ ਕਮਾਈ। ਸਿਆਣੇ ਕਹਿੰਦੇ ਵੀ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਜਿਹੜੀ ਚੀਜ਼ ਨੇ ਮੁੜ ਕੇ ਤੁਹਾਡੇ ਪਰਿਵਾਰਾਂ ਦੇ ਪਰਿਵਾਰ ਉਜਾੜ ਦੇਣੇ ਆ, ਉਹ ਜੀ ਕਮਾਈ ਨੂੰ ਤੁਸੀਂ ਕਰਨਾ ਕੀ ਆ? ਬਿਲਕੁਲ ਰਾਈਟ। ਤੇ ਇਹਦੇ ਨਾਲੋਂ ਵੀ ਜਿਹੜਾ ਅਹਿਮ ਸਵਾਲ ਆ ਉਹ ਇਹ ਆ ਵੀ ਜੇ ਪੰਜਾਬ ਵਰਗਾ ਜਾਂ ਦਿੱਲੀ ਵਰਗਾ ਸੂਬਾ ਇਹਦੇ ਤੋਂ ਬਗੈਰ ਨਹੀਂ ਜਾ ਸਕਦਾ, ਇਹ ਤੁਹਾਡੀ ਮਤਲਬ ਸ਼ਰਾਬ ਦੀ ਕਮਾਈ ਤੋਂ ਬਗੈਰ, ਐਕਸਾਈਜ਼ ਡਿਊਟੀ ਤੋਂ ਬਗੈਰ ਨਹੀਂ ਚੱਲ ਸਕਦਾ, ਤੇ ਗੁਜਰਾਤ ਜਿਹੜਾ ਡਰਾਈ ਸਟੇਟ ਆ ਉਹ ਕਿਵੇਂ ਚੱਲਦੀ ਹੈ? ਉਹ ਸੋਰਸ ਆਫ ਇਨਕਮ ਇਹਦੀ ਬਦਲੇ ਚ ਉਹਦਾ ਸੋਰਸ ਆਫ ਇਨਕਮ ਕੀ ਆ ਉਹ ਵੀ ਤੁਸੀਂ ਲੱਭ ਕੇ ਦੱਸੋ ਜੀ। ਤੇ ਬਾਕੀ ਦਿੱਲੀ ਸਰਕਾਰ ਦਾ ਮੈਂ ਧੰਨਵਾਦ ਕਰਨਾ ਜਿਹੜੇ ਹੋਮ ਡਿਲੀਵਰੀ ਨਾ ਸ਼ਰਾਬ ਦੀ ਕਰ ਦਿੱਤੀ ਆ। ਵੇਖੋ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਇਸ ਗੱਲ ਦੇ ਉੱਤੇ ਵੀ ਸ਼ਰਾਬ ਦੀ ਹੋਮ ਡਿਲੀਵਰੀ ਕਰ ਦਿਓ, ਵੀ ਸ਼ਰਾਬ ਤੋਂ ਬੰਦਾ ਕੋਈ ਪਿਆਸਾ ਨਾ ਮਰ ਜਾਏ। ਲੇਕਿਨ ਤੁਹਾਡਾ ਆਪਣਾ MLA ਜਿਹੜਾ ਤੁਹਾਡਾ ਇੱਕ ਚੌਥਾ ਪਾਵਾ ਸੀ, ਭਾਵੇਂ ਤੁਸੀਂ ਉਹਨੂੰ ਕੁਝ ਵੀ ਨਹੀਂ ਗਿਣਿਆ, ਜਰਨੈਲ ਸਿੰਘ ਤੁਹਾਡਾ ਆਕਸੀਜਨ ਦੀ ਕਮੀ ਨਾਲ ਜੂਝ ਕੇ ਮਰ ਜਾਏ, ਉਹਦੇ ਵਾਸਤੇ ਤੁਹਾਨੂੰ ਕੋਈ ਟੈਨਸ਼ਨ ਨਹੀਂ, ਤੇ ਸ਼ਰਾਬੀਆਂ ਦੀ ਤੁਹਾਨੂੰ ਬਹੁਤ ਟੈਨਸ਼ਨ ਹੈ ਹੈ ਨਾ। ਉਹ ਸਭ ਗੱਲਾਂ ਤੇ ਇਹ ਆ ਵੀ ਤੁਸੀਂ ਭਾਵੇਂ ਮੈਨੂੰ ਸਾਰੀ ਰਾਤ ਬਹਾ ਦਿਓ, ਮੈਂ ਕਰੀ ਜਾਵਾਂਗਾ, ਪਰ ਗੱਲ ਇਹ ਆ ਵੀ ਜਿਸ ਚੀਜ਼ ਦੇ ਉੱਤੇ ਕੋਈ ਅਸਰ ਨਹੀਂ ਹੋਣਾ। ਕਿਸੇ ਦੀ ਦਾਲ ਡੁੱਲ ਗਈ ਤੇ ਦਾਲ ਹੋ ਰਹੀ ਨਹੀਂ ਰੋਟੀ ਖਾ, ਕਹਿੰਦਾ ਅਸੀਂ ਦਾਲ ਡੋਲ ਕੇ ਹੀ ਖਾਂਦੇ ਹੁੰਦੇ, ਜੋ ਡੁੱਲੀ ਦਾਲ 'ਚ ਸਵਾਦ ਆ ਉਹ ਕਿਸੇ ਚੀਜ਼ 'ਚ ਨਹੀਂ ਹੈਗਾ। ਬਿਲਕੁਲ ਬਿਲਕੁਲ ਜੀ। ਹੁਣ ਮਜੀਠੀਏ ਨੂੰ ਕਿਸੇ ਤਰੀਕੇ ਚਿੱਟੇ ਦੇ ਕੇਸ 'ਚ ਚੰਨੀ ਨੇ ਜਾਂਦੇ ਜਾਂਦੇ ਅੰਦਰ ਕਰਾਇਆ ਸੀ। ਇਹਨਾਂ ਨੇ ਮਤਲਬ ਕਿ ਉਹਦੇ ਖਿਲਾਫ ਚਾਰਜ ਸ਼ੀਟ ਵਿਦਨ ਟਾਈਮ ਫਰੇਮ ਨਹੀਂ ਕੀਤੀ ਤੇ ਉਹਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ। ਉਹ ਲੱਡੂ ਵੰਡਦੇ ਫਿਰਦੇ, ਢੋਲ ਵਜਾਉਂਦੇ ਫਿਰਦੇ, ਪਟਾਕੇ ਵਜਾਉਂਦੇ ਫਿਰਦੇ ਆ, ਤੇ ਉਹ ਬੇੜਾ ਤਾਂ ਸਾਰਾ ਇਹਨਾਂ ਆਪ ਵਾਲਿਆਂ ਨੇ ਪਾਇਆ। ਜੇ ਇਹ ਵਿਦਨ ਟਾਈਮ ਫਰੇਮ ਉਹਦੇ ਖਿਲਾਫ ਉਹ ਕਰ ਦਿੰਦੇ ਤਾਂ ਉਹਨੂੰ ਜ਼ਮਾਨਤ 10 ਸਾਲ ਨਹੀਂ ਸੀ ਮਿਲਣੀ। ਜੀ ਬਿਲਕੁਲ ਬਿਲਕੁਲ। ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ। ਤਾਂ ਬਲਦੀਪ ਜੀ, ਇਸ ਕਾਲ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ ਬੜੇ ਵਾਜਬ ਨਵਦੀਪ ਗੱਲਾਂ ਕੀਤੀਆਂ ਨੇ ਸਾਡੇ ਕਾਲਰ ਨੇ, ਦਰਸ਼ਕ ਨੇ, ਬੜੇ ਸੂਝਵਾਨ ਲੱਗਦੇ ਨੇ, ਬਹੁਤ ਵਾਜਬ ਗੱਲਾਂ ਕੀਤੀਆਂ ਨੇ, ਤੇ ਕਹਿ ਰਹੇ ਨੇ ਕਿ ਜਿਹੜਾ ਵੀ ਗੁਜਰਾਤ ਨੂੰ ਅਗਰ ਉੱਥੇ ਸ਼ਰਾਬ ਦੀ ਵਿਕਰੀ ਨਹੀਂ ਹੋ ਰਹੀ ਤਾਂ ਉਹਨਾਂ ਨੂੰ ਇਨਕਮ ਦਾ ਸਾਧਨ ਕੀ ਹੈਗਾ। ਖੈਰ ਇਹ ਤਾਂ ਸਰਕਾਰ ਨੇ ਦੇਖੋ ਸੋਚਣਾ ਹੈ ਕਿ ਇਨਕਮ ਕਿੱਥੋਂ ਆ ਰਹੀ ਹੈ ਜਾਂ ਕਿੱਥੋਂ ਨਹੀਂ ਆ ਰਹੀ ਹੈ। ਪਰ ਹਾਂ, ਇੱਕ ਚੀਜ਼ ਜ਼ਰੂਰ ਹੈਗੀ ਆ ਜੋ ਖਬਰਾਂ ਦੇ ਵਿੱਚ ਅਕਸਰ ਦੇਖਣ ਨੂੰ ਮਿਲਦੀ ਹੈ, ਬੇਸ਼ੱਕ ਡਰਾਈ ਸਟੇਟ ਹੈ, ਇਹੋ ਜਿਹੇ ਐਕਸਪੈਰੀਮੈਂਟ ਪਹਿਲਾਂ ਵੀ ਪੰਜਾਬ ਆਪਣਾ ਹਿੰਦੁਸਤਾਨ ਦੇ ਹੋਰ ਸੂਬਿਆਂ ਦੇ ਵਿੱਚ ਵੀ ਹੋਏ ਨੇ ਇੰਡੀਆ ਦੇ, ਪਰ ਜਿੱਥੇ ਡਰਾਈ ਸਟੇਟ ਹੁੰਦੀ ਆ ਉੱਥੇ ਸ਼ਰਾਬ ਦੀ ਬਲੈਕ ਹੋਣੀ ਸ਼ੁਰੂ ਹੋ ਜਾਂਦੀ ਹੈ। ਮਾਫੀਆ ਜਿਹਨੂੰ ਆਪਾਂ ਕਹਿੰਦੇ ਆ ਨਾ ਵੀ ਮਾਫੀਆ ਖੜਾ ਹੋਣਾ ਸ਼ੁਰੂ ਹੋ ਜਾਂਦਾ। ਉੱਥੇ ਜਾਂ ਤਾਂ ਉਹ ਦੇਸੀ ਤਰੀਕੇ ਨਾਲ ਕੱਢਦੇ ਨੇ ਜਾਂ ਦੂਜੇ ਸੂਬੇ ਨੇੜਲੇ ਸੂਬਿਆਂ ਤੋਂ ਸ਼ਰਾਬ ਦੀ ਜਿਹੜੀ ਤਸਕਰੀ ਸ਼ੁਰੂ ਹੋ ਜਾਂਦੀ ਹੈ। ਕਿਸੇ ਵੀ ਤਰੀਕੇ ਕਹਿ ਸਕਦੇ ਆ ਕਿ ਮਾਫੀਆ ਖੜਾ ਹੋ ਜਾਂਦਾ। ਇਹ ਆਪਣੇ ਆਪ ਦੇ ਵਿੱਚ ਇੱਕ ਸਮੱਸਿਆ ਵੀ ਹੈਗੀ ਹੈ, ਕਿਉਂਕਿ ਜਿਨ੍ਹਾਂ ਨੇ ਸ਼ਰਾਬ ਪੀਣੀ ਆ ਉਹ ਹਟਦੇ ਤਾਂ ਨਹੀਂ ਹੈਗੇ ਉਹ। ਦੂਜਾ ਜਿਹੜਾ ਇਹਨਾਂ ਨੇ ਸਵਾਲ ਕੀਤਾ ਕਿ ਜਿਹੜਾ ਉਹ ਕਾਂਗਰਸ ਦੀ ਗੱਲ ਕੀਤੀ ਹੈਗੀ, ਆਮ ਆਦਮੀ ਪਾਰਟੀ ਦੀ ਗੱਲ ਕੀਤੀ ਹੈ, ਵੀ ਭ੍ਰਿਸ਼ਟਾਚਾਰ ਦੀ ਗੱਲ ਕਰ ਰਹੇ ਸੀਗੇ ਕਿ ਕਿਸ ਤਰੀਕੇ ਨਾਲ ਜਿਹੜਾ ਵੱਖ-ਵੱਖ ਜੋ ਮਜੀਠੀਆ ਉਹਨਾਂ ਦੀ ਗੱਲ ਕੀਤੀ ਹੈਗੀ ਹੈ। ਦੇਖੋ ਇਹਦੇ 'ਚ ਬਿਕਰਮ ਸਿੰਘ ਮਜੀਠੀਆ ਦੇ ਵਿੱਚ ਤਾਂ ਜਿਹੜੇ ਹੁਣ ਮਾਹਰ ਨੇ ਜਾਂ ਕਹਿ ਲਓ ਵੀ ਚਰਚਾਵਾਂ ਇਹ ਚੱਲਦੀਆਂ ਨੇ ਕਿ
ਜੋ ਦ੍ਰੋਪਦੀ ਮੁਰਮੂ ਰਾਸ਼ਟਰਪਤੀ ਦੀ ਚੋਣ ਹੋਈ ਸੀਗੀ, ਅਕਾਲੀ ਦਲ ਨੇ ਦ੍ਰੋਪਦੀ ਮੁਰਮੂ ਨੂੰ ਵੋਟ ਪਾਈ ਆ ਤੇ ਕਹਿੰਦੇ ਵੀ ਵੋਟ ਇਸ ਕਰਕੇ ਪਾਈ ਆ ਵੀ ਮਜੀਠੀਆ ਉਹਨਾਂ ਨੂੰ ਜ਼ਮਾਨਤ ਜਿਹੜੀ ਆ ਮਿਲ ਜਾਵੇ। ਕਹਿੰਦੇ ਮਾਹਰ ਇਹ ਗੱਲ ਕਹਿੰਦੇ ਚਰਚਾਵਾਂ ਚੱਲਦੀਆਂ ਨੇ ਵੀ ਤਾਰਾਂ ਫੇਰ ਕਿਤੇ ਨਾ ਕਿਤੇ ਜਾ ਕੇ ਬੀਜੇਪੀ ਨਾਲ ਜੁੜਦੀਆਂ ਨੇ, ਚਾਹੇ ਅਕਾਲੀ ਦਲ ਹੋਣ ਤੇ ਚਾਹੇ ਜਿਹੜਾ ਉਹ ਆਮ ਆਦਮੀ ਪਾਰਟੀ ਹੋਵੇ, ਵੀ ਉੱਤੋਂ ਜਿਹੜਾ ਉਹਨਾਂ ਨੇ ਸੈਂਟਰਲਾਈਜੇਸ਼ਨ ਆਫ ਪਾਵਰ ਕਰ ਲਈ ਹੈ ਮੋਦੀ ਸਰਕਾਰ ਨੇ, ਤੇ ਖਾਸ ਤੌਰ ਤੇ ਨਰਿੰਦਰ ਮੋਦੀ ਜੋ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੇ ਸੈਂਟਰਲਾਈਜੇਸ਼ਨ ਆਫ ਪਾਵਰ ਤੇ ਉਸ ਤੋਂ ਬਾਅਦ ਪਰਸਨਲਾਈਜੇਸ਼ਨ ਆਫ ਪਾਵਰ ਕਰ ਲਈ ਹੈ। ਮੈਂ ਇੱਕ ਮਾਹਰ ਨਾਲ ਬੈਠਾ ਸੀ, ਗੱਲਾਂ ਚੱਲ ਰਹੀਆਂ ਸੀ, ਮੈਂ ਕਿਹਾ ਵੀ ਪਹਿਲੇ ਨੰਬਰ ਤੇ ਬੀਜੇਪੀ ਦੀ ਸਰਕਾਰ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ, ਦੂਜੇ ਨੰਬਰ ਤੇ ਅਮਿਤ ਸ਼ਾਹ ਨੇ। ਕਹਿੰਦੇ ਵੀ ਤੀਜੇ ਨੰਬਰ ਤੇ ਕੌਣ ਹੈ? ਰਾਜਨਾਥ ਹੋਣਗੇ। ਕਹਿੰਦੇ ਨਹੀਂ ਜੀ, ਤੀਜੇ ਨੰਬਰ ਤੋਂ ਬਾਅਦ ਸਿੱਧਾ 103 ਨੰਬਰ ਹੈ। ਉਹ ਕਹਿੰਦੇ ਵਿਚਾਲੇ ਖਾਲੀ ਹੈ। ਕਹਿੰਦੇ ਵਿਚਾਲੇ ਦੀਆਂ ਪਾਵਰਾਂ ਨੇ ਜਿਹੜੀਆਂ ਉਹ ਮੋਦੀ ਉਹਨਾਂ ਕੋਲ ਨੇ ਜਾਂ ਅਮਿਤ ਸ਼ਾਹ ਉਹਨਾਂ ਕੋਲ ਨੇ। ਮਤਲਬ ਇਸ ਰਜੀਮ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਸਭ ਤੋਂ ਪਾਵਰਫੁਲ ਦੋ ਇਨਸਾਨ ਨੇ ਜਿਨ੍ਹਾਂ ਦੇ ਕੋਲ ਮਤਲਬ ਐ ਕਹਿ ਲਓ ਵੀ ਸੈਂਟਰਲਾਈਜੇਸ਼ਨ ਆਫ ਪਾਵਰ ਤੋਂ ਬਾਅਦ ਪਰਸਨਲਾਈਜੇਸ਼ਨ ਆਫ ਪਾਵਰ ਹੋ ਚੁੱਕੀ ਹੈ। ਮਤਲਬ ਪਹਿਲਾਂ ਤਾਂ ਸੈਂਟਰਲਾਈਜੇਸ਼ਨ ਕੇਂਦਰੀ ਤਾਕਤ ਹੁੰਦੀ ਸੀ, ਹੁਣ ਪਰਸਨਲੀ ਨਿੱਜੀ ਤੌਰ ਤੇ ਉਹਨਾਂ ਕੋਲ ਇੰਨੀਆਂ ਤਾਕਤਾਂ ਆ ਚੁੱਕੀਆਂ ਨੇ ਤੇ ਮੁੱਖ ਤੌਰ ਤੇ ਅਗਰ ਕੋਈ ਫੈਸਲਾ ਲੈਣਾ ਹੁੰਦਾ ਇਹ ਜਿਹਾ ਤਾਂ ਪ੍ਰਧਾਨ ਮੰਤਰੀ ਮੋਦੀ ਜਾਂ ਫਿਰ ਜਿਹੜਾ ਹੈਗਾ ਉਹ ਅਮਿਤ ਸ਼ਾਹ। ਆਪਾਂ ਦੇਖਿਆ ਕਿ ਕਿਸਾਨ ਅੰਦੋਲਨ ਦੇ ਵਿੱਚ ਜੋ ਖੇਤੀਬਾੜੀ ਮੰਤਰੀ ਹੁੰਦੇ ਸੀ ਨਰਿੰਦਰ ਤੋਮਰ, ਉਹ ਕੋਈ ਇੱਕ ਪੈਰ ਵੀ ਜਿਹੜਾ ਉਹ ਪ੍ਰਧਾਨ ਮੰਤਰੀ ਮੋਦੀ ਜਾਂ ਅਮਿਤ ਸ਼ਾਹ ਤੋਂ ਪੁੱਛ ਕੇ ਬਿਨਾਂ ਪੱਟਦੇ ਨਹੀਂ ਸੀਗੇ। ਸਿੱਧਾ ਸਾਫ਼ ਪਤਾ ਲੱਗਦਾ ਹੈ ਕਿ ਪਰਸਨਲਾਈਜੇਸ਼ਨ ਆਫ ਪਾਵਰ ਜਿਹੜੀ ਆ ਉਹ ਕਿੰਨੀ ਜ਼ਿਆਦਾ ਹੋ ਚੁੱਕੀ ਹੈ। ਜੀ ਬਿਲਕੁਲ। ਤਾਂ ਇਸ ਦੇ ਨਾਲ ਹੀ ਆਪਾਂ ਵਧਾਂਗੇ ਅਗਲੀ ਖਬਰ ਵੱਲ। ਜਿਸ ਤਰੀਕੇ ਦੇ ਨਾਲ ਕਾਲਰ ਵੀ ਆਪਾਂ ਨੂੰ ਕਹਿ ਰਹੇ ਸੀਗੇ ਕਿ ਇਹ ਲਾਈਨ ਤਾਂ ਤੁਸੀਂ ਲਿਖੀ ਹੈ ਜੀ, ਪਰ ਖਬਰ ਹੈ ਵੀ ਹੈ ਕਿ ਨਹੀਂ ਹੈ, ਪਰ ਜਿਹੜੀਆਂ ਲਾਈਨਾਂ ਅਸੀਂ ਲਿਖਦੇ ਹਾਂ ਉਹਦੇ ਬਾਬਤ ਖਬਰ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਹੁੰਦੀ ਆ। ਤਾਂ ਖਬਰ ਵੈਸੇ ਤੁਸੀਂ ਦਿਨ ਭਰ ਸਾਡਾ ਟੈਲੀਵਿਜ਼ਨ ਦੇਖਦੇ ਹੋ, ਸਾਡੇ ਫੇਸਬੁੱਕ ਪੇਜ ਹੈ ਉਹਨੂੰ ਵੀ ਵੇਖਦੇ ਹੋ, YouTube ਪੇਜ ਹੈ ਉਸਨੂੰ ਵੀ ਵੇਖਦੇ ਹੋ, ਪਰ ਫਿਰ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜਗਦੀਸ਼ ਟਾਈਟਲਰ ਦੀ ਤਸਵੀਰ ਲੱਗੀ ਹੋਈ ਟੀ-ਸ਼ਰਟ ਪਾ ਕੇ ਕਰਨਵੀਰ ਨਾਮ ਦਾ ਜਿਹੜਾ ਸ਼ਖਸ ਹੈ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚਿਆ। ਉੱਥੇ ਜਾ ਕੇ ਉਸਨੇ ਫੋਟੋ ਖਿਚਵਾਈ ਤੇ ਉਹ ਫੋਟੋ ਹੈ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ। ਉਹ ਗਿੜੀ ਮੱਥੀ ਜਿਹੜੀ ਸਾਜ਼ਿਸ਼ ਹੈ ਜਾਂ ਉਹ ਕੀ ਹੈ, ਇਸ ਚੀਜ਼ ਨੂੰ ਲੈ ਕੇ ਚਰਚਾਵਾਂ ਨੇ ਜਿਹੜੀਆਂ ਚੱਲ ਰਹੀਆਂ ਨੇ। ਪਰ ਜਗਦੀਸ਼ ਟਾਈਟਲਰ ਉਹ ਨਾਮ ਹੈ, ਜਗਦੀਸ਼ ਟਾਈਟਲ ਉਹ ਸ਼ਖਸੀਅਤ ਹੈ ਕਿ ਜਿਸ ਦਾ ਨਾਮ 84 ਦੇ ਕਤਲੇਆਮ ਨੂੰ ਲੈ ਕੇ ਸਾਹਮਣੇ ਆਉਂਦਾ। ਕਿਸ ਤਰੀਕੇ ਦੇ ਨਾਲ 1984 ਦੇ ਵਿੱਚ ਸਿੱਖਾਂ ਦੇ ਨਾਲ ਕੀ ਕੁਝ ਹੋਇਆ, ਕਿਸ ਤਰੀਕੇ ਦੇ ਨਾਲ ਉੱਥੇ ਦੰਗੇ ਕਰਵਾਏ ਗਏ, ਕਿਵੇਂ ਗਲਾਂ ਦੇ ਵਿੱਚ ਟਾਇਰ ਪਾ ਕੇ ਉਹਨਾਂ ਨੂੰ ਅੱਗਾਂ ਲਾਈਆਂ ਗਈਆਂ, ਧੀਆਂ ਭੈਣਾਂ ਦੀਆਂ ਪੱਤਾਂ ਨੂੰ ਕਿਸ ਤਰੀਕੇ ਦੇ ਨਾਲ ਰੋਲਿਆ ਗਿਆ, ਬੱਚਿਆਂ ਨੂੰ ਕਿਸ ਤਰੀਕੇ ਦੇ ਨਾਲ ਕਤਲ ਕੀਤਾ ਗਿਆ, ਉਹ ਚੀਜ਼ਾਂ ਨੂੰ ਭੁੱਲਿਆ ਨਹੀਂ ਜਾ ਸਕਦਾ। ਪਰ ਉੱਥੇ ਮੁੱਖ ਦੋਸ਼ੀ ਦੇ ਤੌਰ ਤੇ ਜੇਕਰ ਨਾਮ ਆਉਂਦਾ ਤਾਂ ਜਗਦੀਸ਼ ਟਾਈਟਲਰ ਦਾ ਸਭ ਤੋਂ ਪਹਿਲਾਂ ਆਉਂਦਾ, ਜਿਸ ਨੂੰ ਲੈ ਕੇ ਲਗਾਤਾਰ ਧਰਨੇ ਵੀ ਹੁੰਦੇ ਰਹੇ ਨੇ, ਰੋਸ ਮੁਜ਼ਾਹਰੇ ਵੀ ਹੁੰਦੇ ਰਹੇ ਨੇ, ਪਰ ਕਾਂਗਰਸ ਦੇ ਕੰਨ ਤੇ ਕਦੇ ਵੀ ਜੂੰ ਸਰਕਦੀ ਹੋਈ ਦਿਖਾਈ ਨਹੀਂ ਦਿੱਤੀ। ਪਰ ਹੁਣ ਜਦੋਂ ਕਾਂਗਰਸ ਬਿਲਕੁਲ ਖਤਮ ਹੁੰਦੀ ਹੋਈ ਨਜ਼ਰ ਆ ਰਹੀ ਹੈ, ਕਿਤੇ ਵੀ ਉਸ ਦਾ ਕੋਈ ਵਜੂਦ ਨਹੀਂ ਰਿਹਾ, ਅਜਿਹੇ ਦੇ ਵਿੱਚ ਅਜਿਹੀ ਫੋਟੋ ਦਾ ਵਾਇਰਲ ਹੋ ਜਾਣਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੀ ਹਰਮੰਦਰ ਸਾਹਿਬ ਦੇ ਉੱਥੇ ਜਾ ਕੇ ਜਗਦੀਸ਼ ਟਾਈਟਲਰ ਦੀ ਟੀ-ਸ਼ਰਟ ਵਾਲੀ ਫੋਟੋ ਪਾ ਕੇ ਇੱਕ ਇਨਸਾਨ ਖੜਾ ਹੋਇਆ ਤੇ ਉਸ ਨੂੰ ਫਿਰ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਾਂਦਾ ਹੈ, ਤਾਂ ਉਸ ਤਰੀਕੇ ਦੇ ਨਾਲ ਇੰਨਾ ਕੁ ਜ਼ਿਆਦਾ ਦੁੱਖ ਲੱਗਦਾ ਕਿ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ, ਭਾਰਤ ਦੇ ਵਿੱਚ ਵੀ ਨਹੀਂ, 7 ਸਮੁੰਦਰ ਪਾਰ ਭਾਵੇਂ ਕੈਨੇਡਾ ਹੋਵੇ, ਅਮਰੀਕਾ ਹੋਵੇ, US ਹੋਵੇ, ਇੰਗਲੈਂਡ ਹੋਵੇ, ਜਿੱਥੇ ਵੀ ਸਿੱਖ ਵਸਦੇ ਨੇ ਉਹਨਾਂ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਠੇਸ ਪਹੁੰਚੀ ਹੈ। ਬਲਦੀਪ ਜੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਬਿਲਕੁਲ ਨਵਦੀਪ, ਸਾਡੇ ਦਰਸ਼ਕ ਨੇ ਵੀ ਇਹ ਸਵਾਲ ਕੀਤਾ ਸੀ ਕਿ ਜਿਹੜਾ ਉਹ ਲਾਈਨ ਚੱਲ ਰਹੀ ਹੈਗੀ ਆ ਵੀ ਉਸ ਦਾ ਕੀ ਅਰਥ ਹੈ। ਖੈਰ ਉਹਦੇ ਵਿੱਚ ਕਾਂਗਰਸ ਦਾ ਜ਼ਿਕਰ ਨਹੀਂ ਹੈ, ਬਟ ਜੋ ਜ਼ਿਕਰ ਕੀਤਾ ਗਿਆ ਕਿ ਦਰਬਾਰ ਸਾਹਿਬ ਦੇ ਵਿੱਚ ਟਾਈਟਲਰ ਦੀ ਟੀ-ਸ਼ਰਟ ਜਿਹੜੀ ਹੈ ਕਿਉਂ ਪਾਈ ਗਈ, ਕੀ ਕੋਈ ਗਿਣੀ ਮਿੱਥੀ ਸਾਜ਼ਿਸ਼ ਹੈਗੀ ਆ ਜਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਈ ਗੱਲ ਹੈਗੀ ਆ। ਸੋ ਬਿਲਕੁਲ ਪਿਛਲੇ ਦਿਨੀ ਇਹ ਜਿਹੜਾ ਵਾਕਿਆ ਸਾਹਮਣੇ ਆਇਆ ਹੈਗਾ ਹੈ ਕਿ ਇੱਕ ਸ਼ਖਸ ਜਿਹਦਾ ਨਾਮ ਕਰਮਜੀਤ ਸਿੰਘ ਗਿੱਲ ਦੱਸਿਆ ਜਾ ਰਿਹਾ, ਉਹ ਦਰਬਾਰ ਸਾਹਿਬ ਦੇ ਵਿੱਚ ਆਉਂਦਾ ਹੈਗਾ, ਸਰੋਵਰ ਤੇ ਇਸ਼ਨਾਨ ਕਰਦਾ ਤੇ ਉੱਥੇ ਖੜ ਕੇ ਬਕਾਇਦਾ ਉਹ CCTV ਕੈਮਰਿਆਂ ਦੇ ਵਿੱਚ ਫੁਟੇਜ ਆਈ ਹੋਈ ਹੈ, ਉੱਥੇ ਖੜ ਕੇ ਉਹ ਜਦੋਂ ਕੱਪੜੇ ਆਪਣੇ ਚੇਂਜ ਕਰਦਾ ਤਾਂ ਉਸ ਵੇਲੇ ਉਹ ਟੀ-ਸ਼ਰਟ ਪਾਉਂਦਾ। ਫਿਰ ਉੱਥੇ ਜਿੱਥੇ ਸ਼ਰਧਾਲੂ ਖੜ ਕੇ ਤਸਵੀਰਾਂ ਪ੍ਰਕਰਮਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਤਸਵੀਰਾਂ ਲੈਂਦੇ ਨੇ, ਉੱਥੇ ਖੜ ਕੇ ਫਿਰ ਉਹ ਜਿਹੜੀ ਜਗਦੀਸ਼ ਟਾਈਟਲਰ ਵਾਲੀ ਟੀ-ਸ਼ਰਟ ਪਾ ਕੇ ਜਿਹੜੀ ਆ ਤਸਵੀਰ ਖਿਚਾਉਂਦਾ ਹੈਗਾ। ਉਸ ਤੋਂ ਬਾਅਦ ਤਸਵੀਰ ਵਾਇਰਲ ਹੋ ਜਾਂਦੀ ਹੈ ਸੋਸ਼ਲ ਮੀਡੀਆ ਤੇ, ਲਗਾਤਾਰ ਇੱਕ ਤੋਂ ਬਾਅਦ ਇੱਕ ਚੈਨਲਾਂ ਦੇ ਉੱਪਰ ਜਿਹੜੀ ਆ ਉਹ ਖਬਰ ਚੱਲਣ ਲੱਗ ਜਾਂਦੀ ਆ। ਤਾਂ ਕਾਂਗਰਸ ਪਾਰਟੀ ਨਾਲ ਸੰਪਰਕ ਕਰਦੇ ਹਾਂ ਅਸੀਂ ਵੀ ਗਲੋਬਲ ਪੰਜਾਬ ਦੇ ਵਿੱਚ ਜਦੋਂ ਖਬਰ ਨਸ਼ਰ ਕੀਤੀ ਤਾਂ ਕਾਂਗਰਸ ਪਾਰਟੀ ਨੂੰ ਜਿਹੜਾ ਉਹ ਸੰਪਰਕ ਕੀਤਾ
ਤਾਂ ਕਹਿੰਦੇ ਕਿ ਜੀ ਇਹ ਸਾਡਾ ਬੰਦਾ ਨਹੀਂ ਹੈ। ਜਦੋਂ ਕਿ ਜਿਹੜਾ ਪਿਛਲੇ ਸਮਿਆਂ ਦੇ ਦੌਰਾਨ ਕਿਹਾ ਜਾ ਰਿਹਾ ਸੀ ਕਿ ਕਰਮਜੀਤ ਸਿੰਘ ਗਿੱਲ ਨੇ ਜਿਹੜੇ ਉਹ ਐਸਸੀ ਵਿੰਗ ਦੇ ਨਾਲ, ਕਾਂਗਰਸ ਦੇ ਐਸਸੀ ਵਿੰਗ ਦੇ ਨਾਲ ਜੁੜੇ ਹੋਏ ਨੇ। ਔਰ ਦੂਜਾ ਇਹਦੇ ਵਿੱਚ ਇਹ ਹੈ ਕਿ ਕਰਮਜੀਤ ਗਿੱਲ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਜਗਦੀਸ਼ ਟਾਈਟਲਰ ਦੇ ਨਾਲ ਬੜੀਆਂ ਆਮ ਨੇ। ਪਹਿਲਾਂ ਵੀ ਇੱਕ ਵਿਵਾਦ ਜੁੜਿਆ ਸੀ ਉਹਨਾਂ ਦੇ ਨਾਲ ਕਿ ਅੰਮ੍ਰਿਤਸਰ ਦੇ ਵਿੱਚ ਜਿਸ ਵੇਲੇ ਜਨਮ ਦਿਨ ਸੀ ਜਗਦੀਸ਼ ਟਾਈਟਲਰ ਦਾ, ਉਸ ਵੇਲੇ ਅੰਮ੍ਰਿਤਸਰ ਦੇ ਵਿੱਚ ਹੋਰਡਿੰਗਸ ਲਗਾਏ ਗਏ ਸੀ, ਬੋਰਡ ਲਗਾਏ ਗਏ ਸੀ, ਉਹ ਕਰਮਜੀਤ ਗਿੱਲ ਉਹਨਾਂ ਦਾ ਉਹਦੇ ਵਿੱਚ ਨਾਮ ਵੱਜਦਾ ਹੈਗਾ। ਹੁਣ ਇਹ ਤਾਜ਼ਾ ਮਾਮਲਾ ਸਾਹਮਣੇ ਆਇਆ। ਨਵਦੀਪ ਦੇਖੋ ਬੜਾ ਸੰਵੇਦਨਸ਼ੀਲ ਹੈਗਾ। ਚੋਣਾਂ ਤੋਂ ਪਹਿਲਾਂ ਇੱਕ ਵਾਰ ਬੇਅਦਬੀ ਦੀ ਕੋਸ਼ਿਸ਼ ਦਰਬਾਰ ਸਾਹਿਬ ਹੋ ਚੁੱਕੀ ਹੈ, ਜਦੋਂ ਇੱਕ ਵਿਅਕਤੀ ਜੰਗਲਾ ਟੱਪ ਕੇ ਅੰਦਰ ਜਿਹੜਾ ਉਹ ਗਿਆ ਸੀ। ਹਾਲਾਂਕਿ ਉਸ ਤੋਂ ਬਾਅਦ ਉਸ ਕੇਸ ਦੇ ਵਿੱਚ ਕੌਣ ਸੀ ਉਹ ਸ਼ਖਸ, ਕੀ ਸੀਗਾ, ਇੰਨੀ ਜ਼ਿਆਦਾ ਟੈਕਨੀਕ ਹੈਗੀ ਹੈ, DNA ਤੱਕ ਟੈਸਟ ਹੋ ਜਾਂਦੇ ਨੇ, ਪਤਾ ਲੱਗ ਜਾਂਦਾ ਹੈ, ਪਰ ਹਾਲੇ ਤੱਕ ਉਸ ਕੇਸ ਦੇ ਵਿੱਚ ਕੁਝ ਵੀ ਨਹੀਂ ਆਇਆ। ਦੂਜੀ ਹਰਕਤ ਤੁਸੀਂ ਦੇਖੋ ਕਿ ਹੁਣ ਇਹ ਚੋਣਾਂ ਤੋਂ ਬਾਅਦ ਹੋ ਰਹੀ ਹੈ ਕਿ ਜਗਦੀਸ਼ ਟਾਈਟਲਰ ਜੋ ਕਿ ਇੱਕ ਸਿੱਖ ਜਿਹੜਾ ਉਹ ਇਤਿਹਾਸ ਦੇ ਵਿੱਚ ਬੜਾ ਵਿਵਾਦਿਤ ਨਾਂ ਹੈਗਾ, ਆਪਾਂ ਕਹਿ ਸਕਦੇ ਹਾਂ। 1984 ਦੇ ਜਿਹੜੇ ਸਿੱਖ ਵਿਰੋਧੀ ਦੰਗੇ, ਨਸਲਕੁਸ਼ੀ ਜਿਹਨੂੰ ਵੀ ਕਿਹਾ ਜਾਂਦਾ ਹੈ, ਉਸ ਦੇ ਵਿੱਚ ਤੁਸੀਂ ਦੇਖੋ ਕਿ ਇੱਕ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਦੋਨੋਂ ਕਾਂਗਰਸ ਦੇ ਨਾਲ ਸੰਬੰਧਿਤ ਸੀ ਔਰ ਬੜਾ ਇਹਨਾਂ ਦਾ ਨਾਮ ਆਉਂਦਾ ਰਿਹਾ। ਸੱਜਣ ਕੁਮਾਰ ਨੂੰ ਸਜ਼ਾ ਹੋਈ, ਜਗਦੀਸ਼ ਟਾਈਟਲਰ ਦਾ ਵੀ ਨਾਮ ਜਿਹੜਾ ਉਹ ਬਹੁਤ ਵਾਰ ਆਇਆ ਹੈਗਾ। ਪਰ ਫਿਰ ਵੀ ਇਸ ਤਰ੍ਹਾਂ ਦੀ ਹਿਮਾਕਤ ਕਰਨਾ ਕਿ ਜਿਹੜਾ ਨਾਮ ਸਿੱਖ ਭਾਈਚਾਰੇ ਦੇ ਵਿੱਚ ਬਹੁਤ ਵਿਵਾਦਤ ਹੈ, ਇਤਿਹਾਸ ਦੇ ਵਿੱਚ ਵਿਵਾਦਤ ਹੈ, ਉਸ ਦੀ ਟੀ-ਸ਼ਰਟ ਪਾ ਕੇ ਦਰਬਾਰ ਸਾਹਿਬ ਜਾਣਾ, ਤਸਵੀਰ ਖਿਚਾਉਣੀ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ। ਔਰ ਨਵਦੀਪ ਹੋਰ ਇੱਕ ਬੜੀ ਅਹਿਮ ਗੱਲ ਹੈ ਕਿ ਠੀਕ ਹੈ ਫੋਟੋ ਤਾਂ ਖਿਚਵਾਈ ਉੱਥੇ ਇਹ ਹਿਮਾਕਤ ਕਰਕੇ, ਜੁਰਤ ਕਰਕੇ, ਪਰ ਅਗਰ ਬਾਈ ਚਾਂਸ ਉੱਥੇ ਕੋਈ ਸ਼ਖਸ ਉਸ ਵੇਲੇ ਨੋਟਿਸ ਕਰਦਾ ਔਰ ਉਸ ਤੋਂ ਉਹ ਬਰਦਾਸ਼ਤ ਨਾ ਹੁੰਦਾ, ਕੋਈ ਉੱਥੇ ਹੱਥੋਂ ਪਾਈ ਵੀ ਹੋ ਸਕਦੀ ਸੀ, ਕਿਸੇ ਵੀ ਤਰੀਕੇ ਦਾ ਇਨਸੀਡੈਂਟ ਹੋ ਸਕਦਾ ਸੀ, ਫਿਰ ਉਸ ਲਈ ਜ਼ਿੰਮੇਵਾਰ ਕੌਣ ਹੈ? ਇਹ ਆਪਣੇ ਆਪ ਦੇ ਵਿੱਚ ਜਿਹੜਾ ਸਵਾਲ ਜ਼ਰੂਰ ਹੈਗਾ। ਫਿਰ ਇਹ ਗੱਲ ਆ ਜਾਂਦੀ ਹੈਗੀ ਹੈ ਕਿ ਦੇਖੋ ਜੀ ਇਦਾਂ ਨਹੀਂ ਸੀ ਕਰਨਾ ਚਾਹੀਦਾ, ਕੁੱਟਣਾ ਮਾਰਨਾ ਨਹੀਂ ਸੀ ਚਾਹੀਦਾ, ਪਰ ਉਹ ਸ਼ਖਸ ਜੋ ਕਰ ਰਿਹਾ ਉਹ ਕਿੱਥੋਂ ਤੱਕ ਜਾਇਜ਼ ਹੈਗਾ? ਇਹ ਚੀਜ਼ ਸੋਚਣ ਵਾਲੀ ਜ਼ਰੂਰ ਹੈਗੀ, ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਹੁੰਦੀਆਂ ਨੇ ਕਿਤੇ ਨਾ ਕਿਤੇ ਜੁੜੀਆਂ। ਅਗਰ ਉਹ ਇਨਸਟੀਗੇਟ ਹੋ ਜਾਂਦੀਆਂ ਉੱਥੇ ਤਾਂ ਕੁਝ ਵੀ ਹੋ ਸਕਦਾ ਸੀ। ਹਾਲਾਂਕਿ ਹੁਣ ਇਹਦੇ ਵਿੱਚ ਇਹ ਹੈ ਕਿ ਸ਼੍ਰੋਮਣੀ ਕਮੇਟੀ ਨੇ ਇਸ ਦੇ ਉੱਪਰ ਐਕਸ਼ਨ ਲੈਂਦਿਆਂ ਜਿਹੜੀ ਹੈ ਉਹ ਪਹਿਲਾਂ ਤਾਂ FIR ਦੀ ਮੰਗ ਕੀਤੀ ਸੀ ਔਰ FIR ਜਿਹੜੀ ਹੈ ਹੁਣ ਉਸ ਸ਼ਖਸ ਦੇ ਉੱਪਰ ਜਿਹੜੀ ਉਹ ਦਰਜ ਹੋ ਚੁੱਕੀ ਹੈ, ਗ੍ਰਿਫਤਾਰੀ ਹੋ ਚੁੱਕੀ ਹੈ। ਜੀ ਬਿਲਕੁਲ। ਤਾਂ ਪਰ ਸਭ ਤੋਂ ਵੱਡਾ ਸਵਾਲ ਬਲਦੀਪ ਜੀ ਵਾਰ-ਵਾਰ ਇਹੀ ਆਉਂਦਾ ਹੈ ਕਿ ਇਨਸਾਨ ਉੱਥੇ ਗਿਆ, ਜਿਵੇਂ ਤੁਸੀਂ ਕਹਿੰਦੇ ਹੋ ਕਿ ਇਸ਼ਨਾਨ ਕੀਤਾ, ਤਾਂ ਉਹਨੇ ਆਪਣੇ ਕੱਪੜੇ ਚੇਂਜ ਕੀਤੇ। ਕੱਪੜੇ ਚੇਂਜ ਕਰਨ ਦੇ ਲਈ ਹੋਰ ਵੀ ਕੱਪੜੇ ਬਹੁਤ ਸਾਰੇ ਹੁੰਦੇ ਨੇ ਇਨਸਾਨ ਕੋਲੇ, ਤਾਂ ਸਿਰਫ ਉਹੀ ਫੋਟੋ ਵਾਲੀ ਟੀ-ਸ਼ਰਟ ਨੂੰ ਪਾ ਕੇ ਉੱਥੇ ਦੁਬਾਰਾ ਫੋਟੋ ਕਰਵਾਉਣੀ ਤਾਂ ਉਸ ਨੂੰ ਫੇਸਬੁੱਕ ਤੇ ਹਨਾ ਵਾਇਰਲ ਕਰਨਾ, ਤਾਂ ਵਾਕਿਆ ਹੀ ਤੁਹਾਨੂੰ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਕੋਈ ਵੱਡੀ ਸਾਜ਼ਿਸ਼ ਹੈ ਜਿਹੜੀ ਉਹ ਪਲਾਨ ਕੀਤੀ ਜਾ ਰਹੀ ਹੈ? ਬਿਲਕੁਲ ਨਵਦੀਪ, ਇੱਕ ਗੱਲ ਤਾਂ ਪਿਛਲੇ ਸਮਿਆਂ ਦੇ ਦੌਰਾਨ ਇਹ ਚੀਜ਼ ਸਾਫ਼ ਤੌਰ ਤੇ ਦੇਖੀ ਗਈ ਹੈ ਕਿ ਜਿਹੜੀ ਹੁਣ ਇਸ ਤਰੀਕੇ ਦੀ ਹਰਕਤ ਕੀਤੀ ਗਈ ਹੈ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਜਗਦੀਸ਼ ਟਾਈਟਲਰ ਦੀ ਫੋਟੋ ਵਾਲੀ ਟੀ-ਸ਼ਰਟ ਜਿਹੜੀ ਹੈ ਪਾਉਣੀ, ਉਹਦੇ 'ਚ ਇੱਕ ਚੀਜ਼ ਤਾਂ ਇਹ ਹੈਗੀ ਹੈ ਕਿ ਸਿੱਖਾਂ ਨੂੰ ਜਿਹੜਾ ਸਿੱਖ ਭਾਈਚਾਰੇ ਨੂੰ ਇੱਕ ਤਰੀਕੇ ਨਾਲ ਚੈੱਕ ਕਰਕੇ ਦੇਖਿਆ ਜਾਵੇ ਵੀ ਉਹ ਕਿਸ ਤਰੀਕੇ ਨਾਲ ਰਿਐਕਟ ਕਰਦੇ ਨੇ, ਰਿਐਕਸ਼ਨ ਕੀ ਆਉਂਦਾ ਹੈਗਾ। ਜਿਸ ਵੇਲੇ ਯਾਦ ਆ ਮੈਨੂੰ ਕਿ ਬੇਅਦਬੀ ਚੋਣਾਂ ਤੋਂ ਪਹਿਲਾਂ ਦਰਬਾਰ ਸਾਹਿਬ ਦੀ ਕੋਸ਼ਿਸ਼ ਕੀਤੀ ਗਈ ਸੀ ਉੱਥੇ, ਉਸ ਵੇਲੇ ਵੀ ਜਿਹੜੇ ਮਾਹਰਾਂ ਨਾਲ ਜਾਂ SGPC ਦੇ ਮੈਂਬਰਾਂ ਨਾਲ ਗੱਲਬਾਤ ਕਰਦੇ ਸੀ ਤਾਂ ਉਹ ਇਹੀ ਕਹਿੰਦੇ ਸੀ ਕਿ ਰਿਐਕਸ਼ਨ ਕਿਸ ਤਰੀਕੇ ਦਾ ਹੁੰਦਾ। ਰਿਐਕਸ਼ਨ ਤੁਹਾਨੂੰ ਪਤਾ ਉਸ ਵੇਲੇ ਕਿਸ ਤਰੀਕੇ ਦਾ ਸੀਗਾ ਕਿ ਉਸ ਸ਼ਖਸ ਦੀ ਉਸੇ ਵੇਲੇ ਜਿਹੜੀ ਹੈ ਉੱਥੇ ਉਹਨੂੰ ਸੋਧਾ ਲਾ ਦਿੱਤਾ ਗਿਆ ਸੀਗਾ। ਔਰ ਹੁਣ ਵੀ ਜਿਹੜੀ ਹੈ ਬਾਰ-ਬਾਰ ਇਹ ਕੋਸ਼ਿਸ਼ਾਂ ਜਿਹੜੀਆਂ ਨੇ ਇਹ ਮਾਹੌਲ ਖਰਾਬ ਕਰਨ ਵਾਲੀਆਂ ਕੋਸ਼ਿਸ਼ਾਂ ਨੇ। ਸਰਕਾਰ ਨੂੰ, ਖਾਸ ਤੌਰ ਤੇ ਭਗਵੰਤ ਮਾਨ ਸਰਕਾਰ ਨੂੰ, ਜਿਹੜੇ ਕਹਿੰਦੇ ਆ ਕਿ ਲਾਅ ਐਂਡ ਆਰਡਰ ਦੇ ਉੱਪਰ ਅਸੀਂ ਬੜਾ ਕੰਮ ਕਰ ਰਹੇ ਹਾਂ, ਪਰ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਨਵਦੀਪ ਕਤਲ ਹੋਏ ਨੇ, ਕਈ ਵੱਡੇ ਕਤਲ ਹੋਏ ਨੇ, ਸਿੱਧੂ ਮੂਸੇਵਾਲਾ ਬਹੁਤ ਵੱਡੀ ਐਗਜ਼ਾਮਪਲ ਹੈਗੀ ਹੈ, ਔਰ ਹੋਰ ਵੀ ਕਬੱਡੀ ਪਲੇਅਰ ਤੇ ਹੋਰ ਵੀ ਕਈ ਕਤਲ ਹੋਏ ਨੇ। ਲਾਅ ਐਂਡ ਆਰਡਰ ਨੂੰ ਹੁਣ ਮੇਨਟੇਨ ਕਰਨਾ ਭਗਵੰਤ ਮਾਨ ਉਹਨਾਂ ਦੀ ਜ਼ਿੰਮੇਵਾਰੀ ਹੈਗੀ ਆ ਔਰ ਉਹਨਾਂ ਨੂੰ ਹੁਣ ਕਰਨਾ ਚਾਹੀਦਾ, ਕਿਉਂਕਿ ਅਗਰ ਇਸ ਤੋਂ ਜ਼ਿਆਦਾ ਸਥਿਤੀ ਹੋਰ ਖਰਾਬ ਹੁੰਦੀ ਹੈ ਤਾਂ ਸੂਬੇ ਦੇ ਹਾਲਾਤ ਵਿਗੜ ਸਕਦੇ ਨੇ। ਜੀ ਬਿਲਕੁਲ। ਤਾਂ ਬਲਦੀਪ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ, ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ। ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜਦੇ ਹੋ, ਆਪਣਾ ਪੱਖ ਰੱਖਦੇ ਹੋ, ਕਾਲ ਕਰਦੇ ਹੋ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਾਡਾ ਸਾਰਾ ਪ੍ਰੋਗਰਾਮ ਵੇਖਦੇ ਹੋ। ਤਾਂ ਬਹੁਤ ਸਾਰੇ ਪ੍ਰੋਗਰਾਮ ਨੇ ਜਿਹੜੇ ਦਰਸ਼ਕ ਨੇ ਉਸ ਪ੍ਰੋਗਰਾਮ ਨੂੰ ਵੇਖਣ ਕਿਉਂ ਰਹਿ ਜਾਂਦੇ ਨੇ, ਤਾਂ ਉਹਨਾਂ ਦੇ ਲਈ ਬੇਨਤੀ ਅਖੀਰ ਦੇ ਵਿੱਚ ਜੋ ਮੈਂ ਜਾਂਦੀ ਕਰਦੀ ਹੁੰਦੀ ਹਾਂ ਕਿ ਤੁਸੀਂ
ਫੇਸਬੁੱਕ ਤੇ YouTube ਦੇ ਜ਼ਰੀਏ ਇਸ ਪ੍ਰੋਗਰਾਮ ਨੂੰ ਦੁਬਾਰਾ ਤੋਂ ਵੇਖ ਸਕਦੇ ਹੋ। ਤੁਹਾਡਾ ਕੋਈ ਸਵਾਲ ਜਾਂ ਸੁਝਾਅ ਹੁੰਦਾ ਇਸ ਪ੍ਰੋਗਰਾਮ ਦੇ ਪ੍ਰਤੀ, ਉਹ ਤੁਸੀਂ ਉੱਥੇ ਕਮੈਂਟ ਦੇ ਜ਼ਰੀਏ ਆਪਣਾ ਰੱਖ ਸਕਦੇ ਹੋ। ਸੋ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਇਸ ਬਾਰੇ ਵੀ ਤੁਸੀਂ ਸਾਨੂੰ ਜ਼ਰੂਰ ਦੱਸਣਾ ਸੀ। ਇੱਕ ਦੋ ਟੌਪਿਕ ਨੇ ਜਿਹੜੇ ਉਹ ਆਪਣੇ ਡਿਸਕਸ ਕਰਨ ਕਰਿਓ ਰਹਿ ਗਏ ਨੇ, ਉਹ ਆਪਾਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਕਰਾਂਗੇ। ਸੋ ਅੱਜ ਦੇ ਲਈ ਇੰਨਾ ਹੀ, ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।